ਸਾਰਿਆਂ ਨੂੰ ਅੱਜ ਦੀ ਇਸ ਗੁਰਮਤਿ ਕਲਾਸ ਲਈ ਜੀ ਆਇਆਂ। ਜਿਵੇਂ ਆਪ ਜਾਣਦੇ ਹੀ ਹੋ ਕਿ ਇਹ ਕਲਾਸ ਵਿੱਚ ਗੁਰਬਾਣੀ ਵਿਆਕਰਨ ਦੇ ਸਰਲ ਨੇਮ ਦੇ ਉੱਤੇ ਲਗਾਤਾਰ ਵਿਚਾਰ ਚੱਲ ਰਹੀ ਹੈ। ਪਿਛਲੇ 4 ਲੈਕਚਰ ਅਸੀਂ ਆਲਰੇਡੀ ਇਹਦੇ ਤੇ ਸੁਣ ਚੁੱਕੇ ਹਾਂ। ਅੱਜ 5ਵਾਂ ਲੈਕਚਰ ਗੁਰਬਾਣੀ ਵਿਆਕਰਨ ਦੇ ਸਰਲ ਨੇਮ ਜਿੱਥੋਂ ਦਲੈਂਕੜੇ ਵਿੱਚ ਸ਼ੁਰੂ ਹੋਏਗੀ। ਟੌਪਿਕ ਚੇਅਰਮੈਨ ਪ੍ਰਿੰਸੀਪਲ ਹਰਭਜਨ ਸਿੰਘ ਜੀ ਸਿੱਖ ਖੁਸ਼ੀ ਕਾ ਲੁਧਿਆਣਾ, ਉਹ ਅੱਜ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਲਾਸ ਦੀ ਆਰੰਭਤਾ ਕਰਨ, ਮੂਲ ਮੰਤਰ ਗੁਰਮੰਤਰ ਦਾ ਜਾਪ ਕਰਾਉਣ ਤੇ ਕਲਾਸ ਦੀ ਆਰੰਭਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਸਮੂਹ ਮਿਸ਼ਨਰੀ ਵੀਰੋ, ਅੱਜ ਇਸ ਕਲਾਸ ਵਿੱਚ ਅਸੀਂ ਗੁਰਬਾਣੀ ਵਿਆਕਰਨ ਦੇ ਸਰਲ ਨੇਮਾਂ ਦੇ ਵਿੱਚੋਂ ਦੁਲੈਂਕੜ ਸੰਬੰਧੀ ਜੋ ਨਿਯਮ ਹਨ, ਗੁਰਬਾਣੀ ਵਿੱਚ ਦੁਲੈਂਕੜ ਦੀ ਜੋ ਵਰਤੋਂ ਕੀਤੀ ਗਈ ਹੈ ਉਸ ਬਾਰੇ ਸੰਖੇਪ ਜਾਣਕਾਰੀ, ਸਰਲ ਜਾਣਕਾਰੀ ਪ੍ਰਾਪਤ ਕਰਾਂਗੇ। ਕੋਸ਼ਿਸ਼ ਕਰਾਂਗੇ ਕਿ ਦੁਲੈਂਕੜ ਦੇ ਬਾਰੇ ਸਾਨੂੰ ਜਾਣਕਾਰੀ ਮਿਲ ਸਕੇ। ਪਹਿਲਾ ਨਿਯਮ ਇਹ 26 ਪੇਜ ਦੇ ਉੱਤੇ ਦੁਲੈਂਕੜ ਦੇ ਬਾਰੇ ਨਿਯਮ ਹਨ। ਪਹਿਲਾ ਨਿਯਮ ਅਸੀਂ ਹੁਣ ਪੜ੍ਹ ਰਹੇ ਹਾਂ। ਲਹਿੰਦੀ ਪੰਜਾਬੀ ਦੇ ਕਿਸੇ ਨਾਮ ਨਾਲ ਜਦੋਂ ਸੰਬੰਧਕੀ ਪਦ ਅੰਦਰ ਊ, ਜੇੜ ਤੇ ਆਦਿ ਵਰਤਿਆ ਜਾਣਾ ਹੋਵੇ ਤਾਂ ਦੁਲੈਂਕੜ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਸੰਬੰਧਕਾਂ ਦੇ ਵਿੱਚੋਂ ਹੀ ਇਹ ਸੰਬੰਧਕ ਹਨ ਅੰਦਰ, ਊ, ਜੇੜ ਤੇ ਆਦਿ। ਜਿੱਥੇ ਇਹ ਵਰਤੇ ਗਏ ਹਨ ਗੁਰਬਾਣੀ ਦੇ ਵਿੱਚ, ਤਾਂ ਉਹਨਾਂ ਨਾਵਾਂ ਦੇ ਨਾਲ ਜਦੋਂ ਇਹ ਸੰਬੰਧਕੀ ਪਦ ਆਏ ਹਨ ਤਾਂ ਉੱਥੇ ਦੁਲੈਂਕੜ ਦੀ ਵਰਤੋਂ ਕੀਤੀ ਗਈ ਹੈ। ਜਿਵੇਂ ਪਹਿਲਾ ਗੁਰਬਾਣੀ ਦਾ ਫਰਮਾਨ ਆਪਾਂ ਲੈ ਰਹੇ ਹਾਂ, ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ। ਇੱਥੇ ਵਸਤ ਜੋ ਨਾਮ ਹੈ ਇਹ ਇਸਤਰੀ ਲਿੰਗ ਸ਼ਬਦ ਹੈ, ਔਂਕੜ ਦੇ ਨਾਲ ਆਉਂਦਾ ਹੈ, ਆਪਣੀ ਮੂਲਕ ਔਂਕੜ ਨਾਲ ਲੈ ਕੇ ਆਉਂਦਾ। ਸੋ ਇਹ ਜਦੋਂ ਇਸ ਦੇ ਨਾਲ ਸੰਬੰਧਕ ਅੰਦਰ ਆਇਆ ਹੈ ਤਾਂ ਇਹ ਔਂਕੜ ਦੁਲੈਂਕੜ 'ਚ ਬਦਲ ਗਈ ਹੈ। ਭਾਵ ਇੱਥੇ ਦੁਲੈਂਕੜ ਦੀ ਵਰਤੋਂ ਕੀਤੀ ਗਈ ਹੈ, ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ। ਇਸ ਦੇ ਅਰਥ ਹਨ ਕਿਸੇ ਚੀਜ਼ ਵਿੱਚ ਕੋਈ ਹੋਰ ਚੀਜ਼ ਤਾਂ ਹੀ ਪੈ ਸਕਦੀ ਹੈ ਜੇ ਉਸ ਵਿੱਚੋਂ ਪਹਿਲੇ ਪਈ ਹੋਈ ਚੀਜ਼ ਕੱਢ ਲਈ ਜਾਵੇ। ਪਾਸ ਦਾ ਅਰਥ ਹੈ ਪਾਸੇ ਹੋ ਜਾਵੇ, ਕੱਢ ਲਈ ਜਾਵੇ। ਇਸੇ ਤਰ੍ਹਾਂ ਇਸ ਮਨ ਨੂੰ ਪ੍ਰਭੂ ਨਾਲ ਜੋੜਨ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਪਹਿਲਾ ਸੁਭਾਅ ਤਬਦੀਲ ਕੀਤਾ ਜਾਵੇ। ਹੁਣ ਕਈ ਵੀਰ ਭੈਣਾਂ ਇਹ ਗੱਲ ਕਹਿੰਦੀਆਂ ਹਨ ਕਿ ਜੇ ਸਾਡਾ ਪਹਿਲਾ ਸੁਭਾਅ ਤਬਦੀਲ ਹੋਵੇਗਾ ਮਾਇਆ ਵਾਲਾ ਤਾਂ ਹੀ ਅਸੀਂ ਰੱਬ ਵਾਲੇ ਪਾਸੇ ਲੱਗਾਂਗੇ। ਇੱਥੇ ਅਸੀਂ ਬਹੁਤ ਵੱਡੀ ਭੁੱਲ ਕਰਦੇ ਹਾਂ। ਜਿਵੇਂ ਇੱਕ ਪ੍ਰਚਾਰਕ ਨੇ ਇੱਕ ਵਾਰੀ ਕਥਾ ਦੇ ਵਿੱਚ ਇੱਕ ਕਹਾਣੀ ਸੁਣਾਈ ਕਿ ਇੱਕ ਫਕੀਰ ਸੀ, ਉਹ ਗਲੀ ਦੇ ਵਿੱਚ ਜਾਂਦਾ ਸੀ, ਸੱਦ ਦਿੰਦਾ ਸੀ। ਇੱਕ ਮਾਈ ਨੇ ਕਿਹਾ ਕਿ ਤੂੰ ਕੱਲ ਆਈ, ਤੈਨੂੰ ਮੈਂ ਭਿੱਖਿਆ ਪਾਵਾਂਗੀ, ਭਿੱਖਿਆ ਦਿਆਂਗੀ। ਉਹ ਫਕੀਰ ਜਦੋਂ ਕੱਲ ਆਇਆ ਤਾਂ ਮਾਈ ਨੇ ਖੀਰ ਬਣਾਈ ਹੋਈ ਸੀ ਤੇ ਕਹਿਣ ਲੱਗੀ ਆਪਣਾ ਕਰਮੰਡਲ ਕੱਢ, ਮੈਂ ਇਸ ਕਰਮੰਡਲ ਵਿੱਚ ਖੀਰ ਪਾਵਾਂ। ਜਦੋਂ ਫਕੀਰ ਨੇ ਕਰਮੰਡਲ ਅੱਗੇ ਕੀਤਾ ਤਾਂ ਉਸਨੇ ਖੀਰ ਪਾਉਣ ਵਾਲਾ ਹੱਥ ਪਿੱਛੇ ਖਿੱਚ ਲਿਆ ਮਾਈ ਨੇ, ਤੇ ਜਦੋਂ
ਫਕੀਰ ਨੇ ਪੁੱਛਿਆ, ਮਾਈ ਖੀਰ ਕਿਉਂ ਨਹੀਂ ਪਾਉਂਦੀ? ਤੇ ਕਹਿਣ ਲੱਗੀ ਕਿ ਤੇਰਾ ਕਰਮੰਡਲ ਤਾਂ ਵਿਸ਼ਟਾਂ ਨਾਲ ਭਰਿਆ ਹੋਇਆ ਹੈ, ਇਸ ਵਿੱਚ ਮੈਂ ਖੀਰ ਕਿਵੇਂ ਪਾ ਦਿਆਂ? ਤੇ ਅੱਗੋਂ ਫਕੀਰ ਨੇ ਕਿਹਾ, ਮਾਈ ਤੇਰਾ ਮਨ ਤਾਂ ਵਿਕਾਰਾਂ ਨਾਲ ਭਰਿਆ ਹੋਇਆ ਹੈ, ਰੱਬ ਦੀ ਜਿਹੜੀ ਗੱਲ ਹੈ ਉਹ ਮੈਂ ਤੈਨੂੰ ਕਿਵੇਂ ਸੁਣਾ ਦਿਆਂ? ਇਸ ਮਨ ਦੇ ਵਿੱਚ ਰੱਬ ਦੀ ਗੱਲ ਕਿਵੇਂ ਟਿਕੇਗੀ? ਇਹੋ ਜਿਹੀਆਂ ਕਥਾ ਕਹਾਣੀਆਂ ਅਸੀਂ ਆਮ ਕਰਕੇ ਕਥਾ ਦੇ ਵਿੱਚ ਸੁਣ ਲੈਂਦੇ ਹਾਂ, ਕਈ ਵਾਰੀ ਬੜੇ ਖੁਸ਼ ਵੀ ਹੁੰਦੇ ਆ, ਪਰ ਗੁਰਮਤ ਦੀ ਕਸਵੱਟੀ ਦੇ ਉੱਤੇ, ਗੁਰਬਾਣੀ ਦੀ ਕਸਵੱਟੀ ਦੇ ਉੱਤੇ ਇਹ ਕਥਾ ਕਹਾਣੀਆਂ ਮੇਲ ਨਹੀਂ ਖਾਂਦੀਆਂ। ਜਿਵੇਂ ਕੱਪੜਾ ਬਹੁਤ ਮੈਲਾ ਹੁੰਦਾ ਹੈ ਤੇ ਉਸ ਨੂੰ ਸਾਬਣ ਨਾਲ ਧੋਈਦਾ ਹੈ। ਹੁਣ ਮੈਲਾ ਕੱਪੜਾ ਕਵੇ ਕਿ ਮੇਰੇ ਅੰਦਰ ਤਾਂ ਮੈਲ ਬੜੀ ਹੈ, ਇਹ ਧੋਤੀ ਕਿਵੇਂ ਜਾਵੇਗੀ? ਸਾਬਣ ਲੱਗਣ ਦੀ ਦੇਰ ਹੈ, ਮੈਲ ਸਾਫ਼ ਹੋ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਸਾਡਾ ਮਨ ਹੈ, ਇਹ ਜਿਹੜਾ ਮਾਇਆ ਵਿੜਿਆ ਹੋਇਆ ਮਨ ਹੈ, ਮਨ ਦੀ ਜਿਹੜੀ ਹਾਲਤ ਹੈ, ਮਨ ਦਾ ਜਿਹੜਾ ਸੁਭਾਅ ਹੈ, ਮਾਇਆ ਦੇ ਵਿੱਚ ਚੰਚਲ ਬਿਰਤੀ ਵਾਲਾ ਮਨ, ਇਹ ਠੀਕ ਵੀ ਪ੍ਰਭੂ ਦੇ ਨਾਮ ਨਾਲ ਹੀ ਹੋਣਾ ਹੈ। ਸੋ ਇਸ ਵਾਸਤੇ ਇਹ ਉਡੀਕ ਨਹੀਂ ਕਰਨੀ ਕਿ ਪਹਿਲੇ ਅਸੀਂ ਆਪਣੇ ਮਨ ਨੂੰ ਸਾਫ਼ ਕਰਾਂਗੇ। ਸਾਡੇ ਕੋਲ ਕੋਈ ਤਰੀਕਾ ਨਹੀਂ ਹੈ, ਕੋਈ ਸਾਡੀ ਤਾਕਤ, ਕੋਈ ਸਾਡੀ ਪਾਇਆ ਨਹੀਂ ਹੈ ਕਿ ਅਸੀਂ ਆਪਣੇ ਆਪ ਆਪਣੇ ਮਨ ਨੂੰ ਸਾਫ਼ ਕਰ ਸਕੀਏ। ਇਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਉਸਦੀ ਸਿਫਤ ਸਲਾਹ ਹੈ, ਉਸਦੀ ਬੰਦਗੀ ਹੈ। ਜਦੋਂ ਅਸੀਂ ਕਰਨੀ ਆਰੰਭ ਕਰ ਦਿਆਂਗੇ, ਜਿਵੇਂ ਹਨੇਰਾ ਹੋਵੇ, ਵਰਿਆਂ ਦਾ ਹਨੇਰਾ ਹੋਵੇ, ਬਸ ਬੱਤੀ ਜਗਾਉਣ ਦੀ ਦੇਰ ਹੈ, ਉਹ ਹਨੇਰਾ ਦੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਨਾਮ ਲੈਣ ਦਾ ਜਦੋਂ ਅਸੀਂ ਯਤਨ ਕਰਦੇ ਹਾਂ, ਪ੍ਰਭੂ ਦਾ ਨਾਮ ਉਚਾਰਦੇ ਹਾਂ, ਸਿਫਤ ਸਲਾਹ ਵਿੱਚ ਜੁੜਦੇ ਹਾਂ, ਸੰਗਤ ਕਰਦੇ ਹਾਂ, ਤਾਂ ਸਾਡੇ ਮਨ ਦੀ ਜਿਹੜੀ ਅਵਸਥਾ ਹੈ ਉਹ ਬਦਲਣੀ ਸ਼ੁਰੂ ਹੋ ਜਾਂਦੀ ਹੈ। ਕਰਮੰਡਲ ਦੇ ਵਿੱਚ ਵਿਸ਼ਟਾ ਇੱਕ ਸਥੂਲ ਵਸਤੂ ਹੈ, ਉਸ ਦਾ ਪ੍ਰਭੂ ਦੇ ਨਾਮ ਦੇ ਨਾਲ ਇਹ ਮੇਲ ਨਹੀਂ ਕੀਤਾ ਜਾ ਸਕਦਾ। ਇਹੋ ਜਿਹੀਆਂ ਉਦਾਹਰਨਾਂ ਜਿਹੜੀਆਂ ਹੁੰਦੀਆਂ ਹਨ, ਉਹ ਕਈ ਵਾਰੀ ਸਾਨੂੰ ਕੁਰਾਏ ਵੀ ਪਵਾ ਦਿੰਦੀਆਂ ਹਨ। ਸੋ ਇਸ ਕਰਕੇ ਹਮੇਸ਼ਾ ਇਹ ਧਿਆਨ ਰੱਖਣਾ ਹੈ ਕਿ ਪ੍ਰਭੂ ਚਾਹੇ ਇੱਕ ਖਿੰਦ ਦੇ ਵਿੱਚ, ਅੱਖ ਝਪਕਣ ਦੇ ਸਮੇਂ ਵਿੱਚ ਸਾਡੇ ਮਨ ਦੀ ਅਵਸਥਾ ਜੋ ਹੈ ਉਹ ਬਦਲ ਸਕਦਾ ਹੈ। ਉਹ ਸਰਵ ਕਲਾ ਸਮਰੱਥ ਹੈ। ਜੇ ਸਾਡੇ ਭਾਗ ਪੁਰਬਲੇ ਜਾਗ ਪੈਣ, ਕੋਈ ਐਸਾ ਰਸਕ ਬੈਰਾਗੀ ਪੁਰਖ ਮਿਲ ਜਾਏ, ਤਾਂ ਉਸਦੀ ਇੱਕ ਛੋਹ ਦੇ ਨਾਲ, ਉਸਦੀ ਇੱਕ ਸਿੱਖਿਆ ਦੇ ਨਾਲ ਹੀ ਅਸੀਂ ਗੁਰਮੁਖ ਬਣ ਸਕਦੇ ਹਾਂ। ਸੋ ਇਸ ਵਾਸਤੇ ਇੱਥੇ ਜਿਹੜੀ ਗੱਲ ਹੈ, ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਵਸਤੂ, ਇਹ ਵਸਤ ਤੋਂ ਤੱਤੇ ਨੂੰ ਔਂਕੜ ਸੀ, ਵਸਤ ਇਸ ਦਾ ਅੰਦਰ ਨਾਲ ਸੰਬੰਧਕ ਆ ਗਿਆ, ਇਸ ਕਰਕੇ ਇੱਥੇ ਦੁਲੈਂਕੜੇ ਦੇ ਵਿੱਚ ਉਹ ਤਬਦੀਲ ਹੋ ਗਿਆ। ਹੁਣ ਦੂਜੀ ਉਦਾਹਰਨ ਆਪਾਂ ਲੈ ਰਹੇ ਹਾਂ, ਸਾਏ ਲਿਖੇ ਨਾ ਚੱਲਣੀ, ਜਿੰਦੂ ਕੂ ਸਮਝਾਏ। ਇੱਥੇ ਕੂ ਸੰਬੰਧਕ ਹੈ, ਜਿੰਦ ਔਂਕੜ ਦੇ ਨਾਲ ਇਸਤਰੀ ਲਿੰਗ ਹੈ, ਤੇ ਇਸ ਦੇ ਅੱਗੇ ਕੂ ਸੰਬੰਧਕ ਆ ਜਾਣ ਦੇ ਨਾਲ ਇਸ ਦਾ ਜਿਹੜਾ ਸਰੂਪ ਹੈ ਉਹ ਜਿੰਦੂ ਹੋ ਗਿਆ, ਦੁਲੈਂਕੜ ਵਾਲਾ ਹੋ ਗਿਆ। ਇਸ ਦੇ ਅਰਥ ਹਨ, ਇਹ ਭਾਈ ਜਿੰਦ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦੇ ਕਿ ਮੌਤ ਦਾ ਜੋ ਸਮਾਂ ਹੈ, ਜੋ ਨਿਸ਼ਚਿਤ ਹੈ, ਉਹ ਟਲ ਨਹੀਂ ਸਕਦਾ। ਜੋ ਲਿਖਿਆ ਗਿਆ ਮੌਤ ਦਾ ਸਮਾਂ ਅਸੀਂ ਲਿਖਾ ਕੇ ਆਏ ਹਾਂ, ਉਹ ਟਾਲਿਆ ਨਹੀਂ ਜਾ ਸਕਦਾ। ਤੀਜੀ ਉਦਾਹਰਨ ਅਸੀਂ ਲੈ ਰਹੇ ਹਾਂ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ। ਖਾਕ ਕੱਕੇ ਨੂੰ ਔਂਕੜ ਦੇ ਨਾਲ, ਖਾਕ ਦਾ ਅਰਥ ਹੈ ਮਿੱਟੀ, ਇਸਤਰੀਲਿੰਗ ਸ਼ਬਦ ਹੈ। ਇਸ ਦੇ ਅੱਗੇ ਜੇੜ ਸੰਬੰਧਕ ਆਇਆ ਹੈ, ਤਾਂ ਇਸ ਖਾਕ ਦਾ ਜਿਹੜਾ ਸਰੂਪ ਹੈ ਉਹ ਦੁਲੈਂਕੜ ਦੇ ਨਾਲ ਖਾਕੂ ਹੋ ਗਿਆ ਹੈ। ਇਸ ਦੇ ਅਰਥ ਹਨ, ਹੇ ਫਰੀਦ, ਮਿੱਟੀ ਨੂੰ ਮਾੜਾ ਨਹੀਂ ਆਖਣਾ ਚਾਹੀਦਾ, ਮਿੱਟੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਹੁਣ ਇੱਥੇ ਜਿਹੜੀ ਗੱਲ ਸਮਝਾਈ ਜਾ ਰਹੀ ਹੈ ਉਹ ਗਰੀਬੀ ਸੁਭਾਅ ਦੀ ਹੋ ਰਹੀ ਹੈ ਕਿ ਇਸ ਜਿਹੜਾ ਸੁਭਾਅ ਹੈ, ਗਰੀਬੀ ਸੁਭਾਅ, ਨਿਮਰਤਾ ਵਾਲਾ ਸੁਭਾਅ, ਇਸ ਦੀ ਰੀਸ ਨਹੀਂ ਕੀਤੀ ਜਾ ਸਕਦੀ। ਗਰੀਬੀ ਸੁਭਾਅ ਵਾਲਾ ਬੰਦਾ ਜ਼ਿੰਦਗੀ ਵਿੱਚ ਸਭ ਦੀ ਵਧੀਕੀ ਸਹਾਰਦਾ ਹੈ, ਪਰ ਮਨ ਨੂੰ ਮਾਰਨ ਕਰਕੇ ਆਤਮਕ ਅਵਸਥਾ ਵਿੱਚ ਉਹ ਸਭ ਤੋਂ ਉੱਚਾ ਹੁੰਦਾ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਗਰੀਬੀ ਸੁਭਾਅ, ਨਿਮਰਤਾ ਵਾਲਾ ਸੁਭਾਅ ਇਹ ਰੱਖਣਾ ਚਾਹੀਦਾ ਹੈ। ਇਸ
ਫਰੀਦ ਜੀ ਦੇ ਕਥਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ। ਅੱਗੇ ਦੂਜਾ ਪ੍ਰਮਾਣ ਹੈ, ਉਹ ਖਿਨਮੈ ਰੁਲਤਾ ਖਾਕੂ ਨਾਲ। ਇੱਥੇ ਵੀ ਖਾਕ ਹੋਈ ਹੈ, ਮਿੱਟੀ ਨਾਲ ਇੱਥੇ ਸੰਬੰਧਕ ਆ ਗਿਆ ਹੈ, ਇਸ ਕਰਕੇ ਇਹ ਖਾਕੂ ਨਾਲ ਦੁਲੈਂਕੜ ਦੇ ਤਬਦੀਲ ਹੋ ਗਿਆ ਹੈ। ਇਹ ਸਰੂਪ ਖਾਕੂ ਬਣ ਗਿਆ ਹੈ। ਜਿਹੜਾ ਮਨੁੱਖ ਆਪਣੀ ਤਾਕਤ ਦਾ ਅਹੰਕਾਰ ਕਰਦਾ ਹੈ, ਉਹ ਮਨੁੱਖ ਇੱਕ ਖਿਨ ਵਿੱਚ ਹੀ ਮਿੱਟੀ ਵਿੱਚ ਰਲ ਜਾਂਦਾ ਹੈ। ਉਹ ਖਿਨਮੈ ਰੁਲਤਾ ਖਾਕੂ ਨਾਲ, ਭਾਵ ਆਪਣਾ ਆਤਮਿਕ ਜੀਵਨ ਉਹ ਤਬਾਹ ਕਰ ਲੈਂਦਾ ਹੈ, ਜਿਹੜਾ ਅਹੰਕਾਰ ਦੇ ਵਿੱਚ ਰਹਿੰਦਾ ਹੈ। ਅਗਲਾ ਪ੍ਰਮਾਣ ਆਪਾਂ ਗੁਰਬਾਣੀ ਦਾ ਲੈ ਰਹੇ ਹਾਂ। ਸੱਸੂ ਤੇ ਫਿਰ ਕੀਨੀ ਵਾਕ। ਸੱਸ ਸ਼ਬਦ ਸੱਸੇ ਨੂੰ ਔਂਕੜ ਦੇ ਨਾਲ ਇਸਤਰੀ ਲਿੰਗ ਸ਼ਬਦ ਹੈ। ਜਦੋਂ ਇਸ ਦੇ ਨਾਲ ਸੰਬੰਧਕ ਤੇ ਆਇਆ ਤਾਂ ਇਹ ਔਂਕੜ ਵਾਲਾ ਸਰੂਪ ਬਦਲ ਕੇ ਦੁਲੈਂਕੜ 'ਚ ਬਦਲ ਗਿਆ, ਇਹ ਸੱਸੂ ਹੋ ਗਿਆ। ਸੱਸੂ ਤੇ ਫਿਰ ਕੀਨੀ ਵਾਕ। ਪ੍ਰਭੂ ਪਤੀ ਨੇ ਮੈਨੂੰ ਸੱਸ ਤੋਂ ਵੱਖ ਕਰ ਦਿੱਤਾ ਹੈ। ਭਾਵ ਇੱਥੇ ਸੱਸ ਤੋਂ ਦੁਨਿਆਵੀ ਸੱਸ ਦੀ ਗੱਲ ਨਹੀਂ ਕੀਤੀ ਗਈ। ਇੱਥੇ ਸੱਸ ਕੌਣ ਹੈ? ਅਗਿਆਨਤਾ ਹੈ। ਜਿਹੜੀ ਅਗਿਆਨਤਾ ਮੇਰੇ ਵਿੱਚ ਕੁੱਟ-ਕੁੱਟ ਕੇ ਭਰੀ ਪਈ ਸੀ, ਮੇਰੇ ਪ੍ਰਭੂ ਪਤੀ ਨੇ ਮੈਨੂੰ ਐਸਾ ਗਿਆਨ ਬਖਸ਼ਿਆ ਹੈ ਕਿ ਮੇਰੀ ਅਗਿਆਨਤਾ ਦੀ ਧੁੰਦ ਜਿਹੜੀ ਹੈ ਉਹ ਹੁਣ ਮਿਟ ਗਈ ਹੈ। ਅਗਲੀ ਤੁਕ ਆਪਾਂ ਲੈ ਰਹੇ ਹਾਂ। ਪਿਉ ਦਾਦੇ ਜੇ ਵੇਹਾ ਪੋਤਰਾ ਪਰਵਾਨ। ਇੱਥੇ ਪੋਤਾ ਲਿਖਿਆ ਹੈ, ਪੈਰ ਚਰਾਰਾ ਪਾ ਲਿਆ ਜਾਵੇ। ਪਿਉ ਦਾਦੇ ਜੇ ਵੇਹਾ ਪੋਤਰਾ ਪਰਵਾਨ। ਪਿਓ ਸ਼ਬਦ ਔਂਕੜ ਦੇ ਨਾਲ ਆਉਂਦਾ ਹੈ ਤੇ ਇੱਥੇ ਹੁਣ ਇਸ ਦਾ ਜਿਹੜਾ ਸਰੂਪ ਹੈ ਉਹ ਦੁਲੈਂਕੜ ਵਾਲਾ ਬਣ ਗਿਆ ਹੈ। ਇੱਥੇ ਗੱਲ ਕੀਤੀ ਗਈ ਹੈ ਗੁਰੂ ਅਮਰਦਾਸ ਪਾਤਸ਼ਾਹ ਦੀ। ਪੋਤਰਾ ਕਿਹਾ ਗਿਆ ਹੈ ਗੁਰੂ ਅਮਰਦਾਸ ਪਾਤਸ਼ਾਹ ਨੂੰ। ਸੱਤੇ ਤੇ ਬਲਵੰਡ ਦੀ ਵਾਰ ਦੇ ਵਿੱਚੋਂ ਇਹ ਤੁਕ ਲਈ ਗਈ ਹੈ। ਗੁਰੂ ਅਮਰਦਾਸ ਜੀ ਪੋਤਰੇ ਹਨ। ਇਹ ਸੰਸਾਰਕ ਰਿਸ਼ਤਿਆਂ ਦੀ ਗੱਲ ਨਹੀਂ ਕੀਤੀ ਗਈ, ਕਿਉਂਕਿ ਉਹਨਾਂ ਦਾ ਪਿਓ ਜਿਨ੍ਹਾਂ ਨੇ ਉਹਨਾਂ ਨੂੰ ਗੁਰਮਤਿ ਦੀ ਸਿੱਖਿਆ ਦਿੱਤੀ ਉਹ ਗੁਰੂ ਅੰਗਦ ਸਾਹਿਬ ਹਨ। ਉਂਝ ਉਹਨਾਂ ਦੇ ਕੁੜਮ ਲੱਗਦੇ ਹਨ, ਪਰ ਉਹ ਉਹਨਾਂ ਦੇ ਬਾਪ ਹਨ, ਉਹਨਾਂ ਨੂੰ ਸਿੱਖਿਆ ਦੇਣ ਵਾਲੇ। ਇਸ ਕਰਕੇ ਉਹਨਾਂ ਨੂੰ ਗੁਰੂ ਅੰਗਦ ਸਾਹਿਬ ਜੀ ਨੂੰ ਇੱਥੇ ਪਿਓ ਕਿਹਾ ਗਿਆ ਹੈ। ਤੇ ਗੁਰੂ ਅੰਗਦ ਸਾਹਿਬ ਦੇ ਪਿਓ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਨੇ ਸਿੱਖਿਆ ਲਈ, ਗੁਰਮਤਿ ਦੀ ਸਿੱਖੀ ਦੀ ਸਿੱਖਿਆ ਸਿੱਖੀ, ਉਹ ਗੁਰੂ ਨਾਨਕ ਦੇਵ ਜੀ ਪਾਸੋਂ ਸਿੱਖੀ। ਇਸ ਕਰਕੇ ਉਹਨਾਂ ਦੇ ਪਿਓ ਗੁਰੂ ਨਾਨਕ ਦੇਵ ਜੀ ਸਨ। ਇਸ ਕਰਕੇ ਇਸ ਪੋਤਰੇ ਗੁਰੂ ਅਮਰਦਾਸ ਜੀ ਦੇ ਦਾਦਾ ਜੀ ਉਹ ਗੁਰੂ ਨਾਨਕ ਦੇਵ ਜੀ ਹੋਏ ਅਧਿਆਤਮਿਕ ਤੌਰ ਦੇ ਉੱਤੇ। ਤੇ ਇੱਥੇ ਸੱਤਾ ਤੇ ਬਲਵੰਡ ਕਹਿ ਰਹੇ ਹਨ ਕਿ ਗੁਰੂ ਅਮਰਦਾਸ ਜੀ ਇਹ ਪੋਤਰਾ ਜਿਹੜਾ ਹੈ ਇਹ ਵੀ ਮੰਨਿਆ ਪਰਮੰਨਿਆ ਗੁਰੂ ਹੈ, ਕਿਉਂਕਿ ਉਹ ਸ੍ਰੀ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ। ਇਹਨਾਂ ਤਿੰਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ। 10 ਗੁਰੂ ਸਾਹਿਬਾਨ ਦੇ ਅੰਦਰ ਇੱਕੋ ਹੀ ਜੋਤ ਹੈ। ਜੋਤ ਉਹ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਸਿਰਫ ਇੱਕ ਸਰੀਰ ਬਦਲਿਆ ਹੈ ਪਰ ਜੋਤ ਨਹੀਂ ਬਦਲੀ। ਆਤਮਕ ਰੂਹਾਨੀ ਪ੍ਰਕਾਸ਼ ਉਹ ਉਹੀ ਰਿਹਾ ਹੈ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਸੀ ਤੇ ਜਿਹੜਾ 10 ਪਾਤਸ਼ਾਹਾਂ ਦੇ ਅੰਦਰ ਸੀ, ਜਿਹੜਾ ਪ੍ਰਕਾਸ਼ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਿਦਮਾਨ ਹੈ। ਹੁਣ 2 ਨੰਬਰ ਨਿਯਮ ਆਪਾਂ ਪੜ ਰਹੇ ਹਾਂ। ਦੁਲੈਂਕੜੇ ਸੰਬੰਧਕੀ ਅਰਥਾਂ ਵਿੱਚ ਵੀ ਵਰਤੇ ਗਏ ਹਨ, ਭਾਵ ਦੁਲੈਂਕੜੇ ਦੇ ਵਿੱਚੋਂ ਸੰਬੰਧਕੀ ਅਰਥ ਵੀ ਨਿਕਲਦੇ ਹਨ। ਖੇਹੂ, ਖੇਹੂ ਦਾ ਅਰਥ ਹੈ ਖੇਹ ਵਿੱਚ, ਭਾਵ ਮਿੱਟੀ ਦੇ ਵਿੱਚ। ਖੇਹੂ ਖੇਹ ਰਲਾਈਆ ਛੋੜ ਚਲਾ ਘਰ ਬਾਰ। ਇੱਥੇ ਉਪਦੇਸ਼ ਦਿੱਤਾ ਗਿਆ ਹੈ ਕਿ ਆਖਰ ਸਰੀਰ ਮਿੱਟੀ ਹੋ ਕੇ ਮਿੱਟੀ ਵਿੱਚ ਰਲ ਜਾਂਦਾ ਹੈ ਤੇ ਸਰੀਰ ਤੇ ਮਾਣ ਕਰਨ ਵਾਲਾ ਜੀਵ ਘਰ ਬਾਰ ਛੱਡ ਕੇ ਸੰਸਾਰ ਤੋਂ ਚਲਾ ਜਾਂਦਾ ਹੈ। ਖੇਹੂ ਸ਼ਬਦ ਦੁਲੈਂਕੜ ਦੇ ਨਾਲ ਹੈ। ਇਸ ਵਿੱਚੋਂ ਸੰਬੰਧਕੀ ਅਰਥ
ਵਿੱਚ ਵਾਲੇ ਆਪਣੇ ਆਪ ਨਿਕਲ ਰਹੇ ਹਨ। ਖੇਊ ਕੇ ਰਾਈ ਹੈ, ਖੇ ਦੇ ਵਿੱਚ ਇਹ ਸਰੀਰ ਰਲ ਜਾਂਦਾ ਹੈ। ਹੁਣ 3 ਨੰਬਰ ਨਿਯਮ ਆਪਾਂ ਪੜ੍ਹ ਰਹੇ ਹਾਂ। ਕਈ ਵਾਰ ਦੁਲੈਂਕੜੇ ਘੋੜੇ ਦੀ ਥਾਂ ਵੀ ਵਰਤੇ ਗਏ ਹਨ, ਜਿਵੇਂ ਅਸਲੂ। ਅਸਲੂ ਦਾ ਭਾਵ ਹੈ ਮੁੱਢ, ਜਿਸ ਨੂੰ ਆਪਾਂ ਅਸਲਾ, ਅਸਲੋਂ ਵੀ ਕਹਿ ਸਕਦੇ ਹਾਂ। ਸਹਿਸ 18 ਕਹਿਣ ਕਿਤਾਬਾਂ ਅਸਲੂ ਇੱਕ ਧਾਤ। ਇਹ ਅਰਬੀ ਬੋਲੀ ਦਾ ਸ਼ਬਦ ਹੈ ਅਸਲੂ। ਇਸ ਦਾ ਅਰਥ ਹੈ ਮੁੱਢ, ਅਸਲਾ, ਅਸਲੋਂ। ਇੱਥੇ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ, ਮੁਸਲਮਾਨ ਅਤੇ ਈਸਾਈ ਆਦਿਕ ਧਰਮਾਂ ਦੀਆਂ ਜਿਹੜੀਆਂ ਚਾਰੇ ਕਿਤਾਬਾਂ ਹਨ, ਉਹ ਆਖਦੀਆਂ ਹਨ ਕਿ ਕੁੱਲ 18,000 ਆਲਮ ਹਨ। ਸਹਿਜ ਦਾ ਮਤਲਬ ਹੈ 1000, 18,000 ਕੁੱਲ 18,000 ਆਲਮ ਹਨ, ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ। ਇੱਕ ਧਾਤ, ਇੱਕ ਧਾਤ ਦਾ ਮਤਲਬ ਹੈ ਇੱਕ ਅਕਾਲ ਪੁਰਖ, ਇੱਕ ਪੈਦਾ ਕਰਨ ਵਾਲਾ। ਇਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ। ਇੱਥੇ ਅਸਲੂ ਤੋਂ, ਅਸਲੋਂ ਘੋੜੇ ਦੇ ਅਰਥ ਨਿਕਲ ਰਹੇ ਹਨ। ਘੋੜੇ ਦੀ ਵਰਤੋਂ ਕਰਨ ਦੀ ਬਜਾਏ ਅਸਲੂ ਸ਼ਬਦ ਵਰਤ ਦਿੱਤਾ ਗਿਆ ਹੈ। ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਇੱਥੇ ਅਰਥ ਅਸਲੋਂ ਕੀਤੇ ਹਨ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਥੇ ਅਰਥ ਮੁੱਢ ਕੀਤਾ ਹੈ। ਤੇ ਜਦੋਂ ਅਸੀਂ ਇਸ ਸ਼ਬਦ ਦੀ ਪੂਰੀ ਵਿਉਂਤਬੰਦੀ ਵੇਖਦੇ ਹਾਂ ਤਾਂ ਉਸ ਵਿੱਚ ਇਹਨਾਂ ਅਰਥਾਂ ਦੇ ਕੋਈ ਫਰਕ ਨਜ਼ਰ ਨਹੀਂ ਆਉਂਦਾ। ਮੁੱਢ, ਅਸਲਾ, ਅਸਲੋਂ ਇਹ ਇੱਕ ਹੀ ਚੀਜ਼ ਮੰਨੀ ਜਾਂਦੀ ਹੈ। ਅੱਗੇ ਦੂਜੀ ਉਦਾਹਰਨ ਹੈ ਜਿੱਦੂ। ਜਿੱਦੂ ਦਾ ਅਰਥ ਹੈ ਜਿੱਦੋਂ, ਜਿਸ ਤੋਂ। ਹੁਣ ਇਹ ਘੋੜਾ ਜਿੱਦੋਂ, ਜਿੱਦੋਂ ਦੀ ਥਾਂ ਤੇ ਦੁਲੈਂਕੜੇ ਨਾਲ ਜਿੱਦੂ। ਜਿੱਦੂ ਕਿਛ ਗੁੱਝਾ ਨਾ ਹੋਏ, ਜਿਸ ਤੋਂ ਕੁਝ ਗੁੱਝਾ ਨਹੀਂ ਹੈ। ਪੂਰੀ ਤੋਂ ਕਿਸ ਤਰੀਕੇ ਨਾਲ ਹੈ, ਨਾਨਕ ਕਰਤਾ ਸਭ ਕੁਛ ਜਾਣਦਾ। ਜਿੱਦੂ ਕਿਛ ਗੁੱਝਾ ਨਾ ਹੋਏ, ਉਹ ਪ੍ਰਭੂ ਅੰਦਰਲੀ ਬਾਹਰਲੀ ਸਾਰੀ ਗੱਲ ਜਾਣਦਾ ਹੈ। ਉਸ ਪਾਸੋਂ ਕੋਈ ਗੱਲ ਲੁਕਾਈ ਨਹੀਂ ਜਾ ਸਕਦੀ। ਇੱਥੇ ਜਿੱਦੋਂ, ਜਿੱਦੋਂ ਦੀ ਥਾਂ ਦੇ ਉੱਤੇ ਜਿੱਦੂ ਸ਼ਬਦ ਵਰਤਿਆ ਗਿਆ ਹੈ। ਭਾਵ ਘੋੜਾ ਜਿਹੜਾ ਹੈ ਉਹ ਦੁਲੈਂਕੜ ਦੇ ਰੂਪ ਦੇ ਵਿੱਚ ਤਬਦੀਲ ਹੋਇਆ ਹੈ। ਅੱਗੇ ਆ ਕੂ। ਕੂ ਦਾ ਅਰਥ ਹੈ ਕੋ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ, ਦੁੱਖ ਸੁਭਾਇਆ ਜਗ। ਇੱਥੇ ਕੂ, ਦੁੱਖ ਮੁਝ ਕੂ। ਮੁਝ ਕੂ ਦਾ ਮਤਲਬ ਹੈ ਮੈਨੂੰ, ਮੇਰੇ ਕੋ, ਮੈਨੂੰ। ਫਰੀਦ ਜੀ ਕਹਿੰਦੇ ਨੇ, ਹੇ ਫਰੀਦ, ਮੈਂ ਸਮਝਿਆ ਕਿ ਦੁੱਖ ਸਿਰਫ ਮੈਨੂੰ ਹੀ ਹੈ, ਪਰ ਅਸਲ ਵਿੱਚ ਇਹ ਦੁੱਖ ਤਾਂ ਸਾਰੇ ਹੀ ਜਗਤ ਵਿੱਚ ਵਾਪਰ ਰਿਹਾ ਹੈ। ਚੌਥਾ ਨਿਯਮ ਆਪਾਂ ਹੁਣ ਪੜ੍ਹ ਰਹੇ ਹਾਂ। ਨਾਵਾਂ ਨਾਲ ਲੱਗੇ ਦੁਲੈਂਕੜਿਆਂ ਵਿੱਚੋਂ ਕਾਰਕੀ ਅਤੇ ਸੰਬੰਧਕੀ ਅਰਥ ਨਿਕਲਦੇ ਹਨ। ਸੰਬੰਧਕ ਦੇ ਬਾਰੇ ਆਪਾਂ ਪਹਿਲੇ ਚੈਪਟਰ ਦੇ ਵਿੱਚ ਵੀ ਬਹੁਤ ਪੜ੍ਹਿਆ, ਦੂਜੇ ਚੈਪਟਰ ਵਿੱਚ ਵੀ ਔਕੜ ਵੇਲੇ ਵੀ ਪੜ੍ਹਿਆ। ਇੱਥੇ ਸ਼ਬਦ ਕਾਰਕੀ ਵਰਤਿਆ ਗਿਆ ਹੈ। ਕਾਰਕ ਤੇ ਸੰਬੰਧਕ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਅੰਤਰ ਨਹੀਂ ਹੈ, ਕਿਉਂਕਿ ਗੁਰਬਾਣੀ ਵਿਆਕਰਨ ਦੇ ਨੇਮ ਆਪਾਂ ਬੜੇ ਸਰਲ ਢੰਗ ਦੇ ਨਾਲ ਪੜ੍ਹ ਰਹੇ ਹਾਂ। ਇਸ ਕਰਕੇ ਕਾਰਕਾਂ ਦੀਆਂ ਕਿਸਮਾਂ ਦੇ ਬਾਰੇ ਆਪਾਂ ਸ਼ੁਰੂ ਦੇ ਵਿੱਚ ਬਹੁਤਾ ਕੁਝ ਨਹੀਂ ਸੀ ਦੱਸਿਆ। ਜੇ ਆਪਾਂ ਪੜ੍ਹਨਾ ਹੈ ਤਾਂ 10 ਨੰਬਰ ਪੰਨੇ ਦੇ ਉੱਤੇ, ਇਸੇ ਪੁਸਤਕ ਦੇ 10 ਨੰਬਰ ਪੰਨਾ ਖੋਲ੍ਹਿਆ ਜਾਵੇ। 10 ਨੰਬਰ ਪੰਨਾ, ਉੱਥੇ ਕਾਰਕ ਦੇ ਬਾਰੇ ਦੱਸਿਆ ਗਿਆ ਹੈ ਕਿ ਕਾਰਕ ਕਿਸ ਨੂੰ ਕਹਿੰਦੇ ਹਨ। ਜੋ ਸੰਬੰਧਕ ਹੈ, ਉਹ ਸੰਬੰਧਕ ਵਾਲੇ ਸ਼ਬਦ ਹੀ ਕਾਰਕ ਦੇ ਅਰਥਾਂ ਦੇ ਵਿੱਚ ਨਿਕਲਦੇ ਹਨ। ਆਪਾਂ ਪਹਿਲੇ ਸੰਬੰਧਕ ਦੀ ਡੈਫੀਨੇਸ਼ਨ ਪੜ੍ਹਦੇ ਹਾਂ, ਜਿਹਨੂੰ ਪ੍ਰੈਪੋਜੀਸ਼ਨ ਕਹਿੰਦੇ ਹਨ। ਜਿਹੜੇ ਸ਼ਬਦ ਨਾਉਂ ਜਾਂ ਪੜਨਾਉਂ ਦਾ ਸੰਬੰਧ ਕਿਰਿਆ ਜਾਂ ਕਿਸੇ ਹੋਰ ਸ਼ਬਦ ਨਾਲ ਪ੍ਰਗਟ ਕਰਨ। ਬਸ ਇਹ ਫਰਕ ਹੈ, ਕਿਰਿਆ ਦੇ ਨਾਲ ਸੰਬੰਧ ਪ੍ਰਗਟ ਕਰਨ ਤਾਂ ਉਹ ਕਾਰਕ ਹੁੰਦੇ ਹਨ, ਪਰ ਜੇ ਕਿਸੇ ਹੋਰ ਸ਼ਬਦ ਨਾਲ ਵੀ ਪ੍ਰਗਟ ਕਰਨ
ਤਾਂ ਉਹ ਸੰਬੰਧਕ ਹੁੰਦੇ ਹਨ। ਜਿਵੇਂ ਦਾ, ਦੇ, ਦੀ, ਕਾ, ਕੇ, ਕੀ, ਨੂੰ, ਨੋ, ਨਾਲ, ਪਾਸ, ਤੋਂ, ਬਾਹਰ, ਅੰਦਰ, ਨੇੜੇ, ਦੂਰ, ਉੱਤੇ, ਹੇਠਾਂ, ਇਹ ਸਭ ਸੰਬੰਧਕ ਹਨ। ਹੁਣ ਇਹਦੇ ਥੱਲੇ 9ਵੇਂ ਨੰਬਰ ਦੇ ਉੱਤੇ ਕਾਰਕ ਹੈ। ਕਿਰਿਆ ਨਾਲ ਨਾਉ ਜਾਂ ਪ੍ਰਨਾਉ ਦਾ ਸੰਬੰਧ ਦੱਸਣ ਵਾਲੇ ਸ਼ਬਦਾਂ ਨੂੰ ਕਾਰਕ ਆਖਿਆ ਜਾਂਦਾ ਹੈ। ਉੱਤੇ ਆਪਾਂ ਪੜ੍ਹਿਆ ਸੀ, ਜਿਹੜੇ ਸ਼ਬਦ ਨਾਉ ਜਾਂ ਪ੍ਰਨਾਉ ਦਾ ਸੰਬੰਧ ਕਿਰਿਆ ਜਾਂ ਕਿਸੇ ਹੋਰ ਸ਼ਬਦ ਨਾਲ ਪ੍ਰਗਟ ਕਰਨ, ਉਸ ਨੂੰ ਸੰਬੰਧਕ ਕਿਹਾ ਜਾਂਦਾ ਹੈ। ਤਾਂ ਦੋਵਾਂ 'ਚ ਕੋਈ ਬਹੁਤਾ ਅੰਤਰ ਨਹੀਂ ਹੈ। ਇਹ 8 ਪ੍ਰਕਾਰ ਦੇ ਕਾਰਕ ਹੁੰਦੇ ਹਨ। ਪਹਿਲਾ ਹੈ ਕਰਤਾ ਕਾਰਕ। ਕਰਤਾ ਹੁੰਦਾ ਹੈ ਕਾਰਜ ਕਰਨ ਵਾਲਾ। ਇਹ 8 ਪ੍ਰਕਾਰ ਦੇ ਹੁੰਦੇ ਹਨ। ਜਿਵੇਂ ਕਿ ਕਰਤਾ ਕਾਰਕ, ਕਾਰਜ ਕਰਨ ਵਾਲਾ ਨੇ। ਜਿਵੇਂ ਗੁਰਮੁਖ ਸਿੰਘ ਨੇ ਪਾਠ ਕੀਤਾ। ਪਾਠ ਕਿਸ ਨੇ ਕੀਤਾ? ਗੁਰਮੁਖ ਸਿੰਘ ਨੇ। ਨੇ ਕੀ ਹੋਇਆ? ਇਹ ਕਰਤਾ ਕਾਰਕ ਹੋ ਗਿਆ। ਕਰਮ ਕਾਰਕ ਨੂੰ, ਜਿਵੇਂ ਸਿੱਖਾਂ ਨੂੰ ਪ੍ਰਸ਼ਾਦ ਛਕਾਇਆ। ਪ੍ਰਸ਼ਾਦ ਕਿਹਨੂੰ ਛਕਾਇਆ? ਸਿੱਖਾਂ ਨੂੰ। ਇਹ ਨੂੰ ਕੀ ਹੋਇਆ? ਇਹ ਕਰਮ ਕਾਰਕ ਹੋ ਗਿਆ। ਅੱਗੇ ਕਰਨ ਕਾਰਕ, ਜਿਸ ਦੀ ਸਹਾਇਤਾ ਨਾਲ ਕੰਮ ਹੋਇਆ ਹੋਵੇ। ਇਸਦਾ ਮਤਲਬ ਨਾਲ। ਨਾਲ ਕੀ ਹੈ? ਇਹ ਕਰਨ ਕਾਰਕ ਹੋਇਆ। ਜਿਵੇਂ ਕਲਮ ਨਾਲ ਲਿਖਿਆ। ਕਿਹਦੇ ਨਾਲ ਲਿਖਿਆ? ਕਲਮ ਨਾਲ। ਇਹ ਨਾਲ ਕੀ ਹੋਇਆ? ਇਹ ਨਾਲ ਕਰਨ ਕਾਰਕ ਹੋ ਗਿਆ। ਅੱਗੇ ਸੰਪਰਦਾਨ ਕਾਰਕ, ਜਿਸ ਵਾਸਤੇ ਕੋਈ ਕਾਰਜ ਕੀਤਾ ਗਿਆ ਹੋਵੇ। ਲਈ, ਸਤਿਗੁਰੂ ਲਈ ਘੋੜਾ ਲਿਆਂਦਾ ਗਿਆ। ਘੋੜਾ ਕਿਸ ਲਈ ਲਿਆਂਦਾ ਗਿਆ? ਸਤਿਗੁਰੂ ਲਈ। ਇਹ ਲਈ ਕੀ ਹੋਇਆ? ਇਹ ਸੰਪਰਦਾਨ ਕਾਰਕ ਹੋ ਗਿਆ। ਅਪਾਦਾਨ ਕਾਰਕ, ਇੱਕ ਚੀਜ਼ ਤੋਂ ਦੂਜੀ ਚੀਜ਼ ਦਾ ਵੱਖ ਹੋਣਾ। ਤੋਂ ਕੀ ਹੋਇਆ? ਇਹ ਅਪਾਦਾਨ ਕਾਰਕ। ਜਿਵੇਂ ਗ੍ਰੰਥੀ ਤੋਂ ਪੋਥੀ ਲੈ ਲਓ। ਗ੍ਰੰਥੀ ਦੇ ਕੋਲ ਪੋਥੀ ਸੀ, ਗ੍ਰੰਥੀ ਨਾਲੋਂ ਪੋਥੀ ਵੱਖ ਹੋ ਗਈ। ਤੋਂ ਕੀ ਹੋਇਆ? ਇਹ ਅਪਾਦਾਨ ਕਾਰਕ ਹੋ ਗਿਆ। ਸੰਬੰਧ ਕਾਰਕ, ਦੋ ਵਸਤਾਂ ਦੀ ਪਰਸਪਰ ਸਾਂਝ ਨੂੰ ਦਰਸਾਉਂਦਾ ਵਾਲਾ ਸ਼ਬਦ ਜਿਹੜਾ ਹੈ ਦਾ, ਦੇ, ਦੀ, ਇਹ ਸੰਬੰਧ ਕਾਰਕ ਹੋਇਆ। ਜਿਵੇਂ ਬਾਬਾ ਕਾਲੂ ਦਾ ਪੁੱਤਰ ਜਗਤ ਦੇ ਉਧਾਰ ਹਿਤ ਆਇਆ। ਬਾਬਾ ਕਾਲੂ ਦਾ ਪੁੱਤਰ, ਕਿਸ ਦਾ ਪੁੱਤਰ? ਬਾਬਾ ਕਾਲੂ ਦਾ। ਦਾ ਕੀ ਹੋਇਆ? ਸੰਬੰਧ ਕਾਰਕ। ਜਗਤ ਦੇ ਉਧਾਰ ਵਾਸਤੇ। ਕਿਸ ਦੇ ਉਧਾਰ ਵਾਸਤੇ? ਜਗਤ ਦੇ। ਇਹ ਦੇ ਸ਼ਬਦ, ਦਾ ਸ਼ਬਦ, ਇਹ ਸੰਬੰਧ ਕਾਰਕ ਹੋ ਗਿਆ। ਅਧਿਕਰਨ ਕਾਰਕ, ਦੂਜੇ ਤੇ ਨਿਰਭਰ ਵਸਤਾਂ ਨੂੰ ਦਰਸਾਉਣਾ, ਜਿਹੜੀਆਂ ਦੂਜੇ ਤੇ ਆਸਰਤ ਹਨ, ਦੂਜੇ ਤੇ ਨਿਰਭਰ ਕਰਦੀਆਂ ਹਨ। ਜਿਵੇਂ ਅੰਦਰ, ਗੁਰਦੁਆਰੇ ਅੰਦਰ ਕੀਰਤਨ ਹੁੰਦਾ ਹੈ। ਕੀਰਤਨ ਕਿੱਥੇ ਹੁੰਦਾ ਹੈ? ਗੁਰਦੁਆਰੇ ਅੰਦਰ। ਕੀਰਤਨ ਤੇ ਗੁਰਦੁਆਰਾ ਇਹ ਇੱਕ ਦੂਜੇ ਦੇ ਉੱਤੇ ਆਸਰਤ ਹਨ, ਨਿਰਭਰ ਕਰਦੀਆਂ ਹਨ। ਸੰਬੋਧਨ ਕਾਰਕ, ਦੂਜੇ ਨੂੰ ਸੰਬੋਧਨ ਕਰਨਾ ਅਥਵਾ ਆਵਾਜ਼ ਮਾਰਨਾ। ਜਿਵੇਂ ਇਹ ਮਨ ਪਿਆਰਿਆ, ਆਪਾਂ ਸੰਬੋਧਨ ਦੇ ਬਾਰੇ ਅੱਗੇ ਵੀ ਪੜ੍ਹ ਚੁੱਕੇ ਹਾਂ। ਇਹ ਸੰਬੋਧਨ ਕਾਰਕ ਅਖਵਾਉਂਦਾ ਹੈ। ਸੋ ਇਹ ਮੈਂ ਇਸ ਵਾਸਤੇ ਪੜ੍ਹ ਦਿੱਤੇ ਹਨ ਤਾਂ ਕਿ ਸਾਡੇ ਮਨਾਂ ਦੇ ਵਿੱਚ ਇਹ ਕੋਈ ਭੁਲੇਖਾ ਨਾ ਰਹੇ ਕਿ ਪਤਾ ਨਹੀਂ ਕਾਰਕ ਕੀ ਹੁੰਦੇ ਹਨ। ਸੋ ਜਿਹੜੇ ਦਾ, ਦੇ, ਦੀ, ਕੇ, ਨੋ, ਨੂੰ, ਇਹ, ਤੋਂ, ਇਹ ਸਾਰੇ ਕਾਰਕ ਹਨ। ਇਹ ਸੰਬੰਧਕੀ ਅਰਥ ਦਿੰਦੇ ਹਨ। ਇਹ ਅਰਥ ਕਰਨ ਵਾਸਤੇ ਸਹਾਈ ਹੁੰਦੇ ਹਨ। ਕਿਰਿਆ ਦੇ ਵਿੱਚੋਂ ਜਦੋਂ ਆਪਾਂ ਅਰਥ ਕਰਨੇ ਹੁੰਦੇ ਹਨ ਜਾਂ ਸ਼ਬਦਾਂ ਦੇ ਵਿੱਚੋਂ, ਨਾਮ ਦੇ ਵਿੱਚੋਂ, ਉਹਨਾਂ ਦੇ ਨਾਲ ਇਹ ਕਾਰਕੀ ਅਰਥ ਇਸ ਨੂੰ ਕਿਹਾ ਜਾਂਦਾ ਹੈ। ਸੋ ਇਹਨੇ ਬਹੁਤੇ ਡੂੰਘਾਈ ਦੇ ਵਿੱਚ ਇਸ ਵਿੱਚ ਜਾਣ ਦੀ ਜ਼ਿਆਦਾ ਲੋੜ ਨਹੀਂ ਹੈ। ਇਹ ਆਪਣੇ ਆਪ ਹੀ ਅਰਥ ਜਿਹੜੇ ਹਨ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਸਪਸ਼ਟ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹ ਹੁਣ ਆਪਾਂ ਫਿਰ ਵਾਪਸ ਉਸੇ ਪੇਜ ਦੇ ਉੱਤੇ ਚਲੇ ਗਏ ਹਾਂ, 26 ਪੇਜ ਦੇ ਉੱਤੇ, ਜਿੱਥੇ ਆਪਾਂ 5 ਨੰਬਰ ਨਿਯਮ ਪੜ੍ਹ ਰਹੇ ਸਾਂ। 4 ਨੰਬਰ ਨਿਯਮ, ਨਾਵਾਂ ਨਾਲ ਲੱਗੇ ਦੁਲੈਂਕੜਿਆਂ ਵਿੱਚੋਂ ਕਾਰਕੀ ਅਤੇ ਸੰਬੰਧਕੀ ਅਰਥ ਨਿਕਲਦੇ ਹਨ। ਮਾਊ, ਪੀਊ, ਮਾਂ ਪਿਓ ਦੀ ਦੁਲੈਂਕੜ ਲੱਗੇ ਹਨ। ਇਹਨਾਂ ਦੇ ਚੋਂ ਕਾਰਕੀ ਅਰਥ, ਸੰਬੰਧਕੀ ਅਰਥ ਨਿਕਲੇ ਦੀ ਵਾਲੇ। ਮਾਊ, ਪੀਊ ਦੀ, ਮਾਂ ਪਿਓ ਦੀ।
ਮਾਊ ਪੀਊ ਕਿਰਤ ਗਵਾਇਨ ਟੱਬਰ ਰੋਵਣ ਧਾਈ। ਇਹ ਜਿਹੜਾ ਸ਼ਬਦ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੈਨੀ ਸਲੇਵੜੇ ਦੇ ਸੰਬੰਧ ਵਿੱਚ ਉਚਾਰਨ ਕੀਤਾ ਸੀ। ਉਸ ਸ਼ਬਦ ਦੇ ਵਿੱਚੋਂ ਇਹ ਤੁਕ ਲਈ ਗਈ ਹੈ ਕਿ ਜਿਹੜੇ ਲੋਕ ਇਸ ਰਾਹ ਦੇ ਉੱਤੇ ਚੱਲਦੇ ਹਨ ਉਹ ਮਾਂ-ਪਿਓ ਵਾਲਾ ਕੀਤਾ ਕੰਮ, ਭਾਵ ਹੱਥੀਂ ਕਮਾਈ ਕਰਕੇ ਟੱਬਰ ਪਾਲਣ ਦਾ ਜਿਹੜਾ ਕੰਮ ਹਨ ਉਹ ਛੱਡ ਬੈਠਦੇ ਹਨ। ਇਸ ਲਈ ਇਹਨਾਂ ਦੇ ਟੱਬਰ ਟਾਹਾਂ ਮਾਰ ਮਾਰ ਕੇ ਰੋਂਦੇ ਹਨ। ਮਾਊ ਪੀਊ ਕਿਰਤ ਗਵਾਇਨ, ਉਹ ਕਿਰਤ ਗਵਾ ਲੈਂਦੇ ਹਨ। ਟੱਬਰ ਰੋਵਣ ਤਾਈ, ਫਿਰ ਉਹਨਾਂ ਦੇ ਬਾਲ ਬੱਚੇ ਟੱਬਰ ਉਹ ਰੋਂਦੇ ਹਨ। ਇੱਥੇ ਮਾਊ ਪੀਊ ਦੁਲੈਂਕੜ ਦੇ ਨਾਲ ਆਇਆ ਹੈ। ਇਸ ਦੇ ਵਿੱਚੋਂ ਅਰਥ ਨਿਕਲ ਰਹੇ ਹਨ ਕਾਰਕੀ ਮਾਂ ਪਿਓ ਦੀ। ਅੱਗੇ ਪੱਸੂ, ਪੱਸੂ ਦਾ ਮਤਲਬ ਹੈ ਸੁਆਹ ਨਾਲ। ਪੱਸੂ ਕਹਿੰਦੇ ਨੇ ਪੱਸ, ਪੱਸ ਸੱਸੇ ਨੂੰ ਔਂਕੜ ਦੇ ਨਾਲ ਹੁੰਦਾ ਹੈ, ਦੁਲੈਂਕੜੇ ਦੇ ਨਾਲ ਪੱਸੂ। ਹੁਣ ਅਰਥ ਹੋ ਗਿਆ ਸੁਆਹ ਨਾਲ। ਜਾਂ ਜਿਉ ਵਿੱਚੋਂ ਕੱਢਿਆ ਪੱਸੂ ਭਰਿਆ ਜਾਏ। ਜਦੋਂ ਜੀਵ ਦੀ ਮੌਤ ਹੋ ਜਾਂਦੀ ਹੈ ਤਾਂ ਮਰਨ ਸਮੇਂ ਜਦੋਂ ਜਿੰਦ ਸਰੀਰ ਵਿੱਚੋਂ ਵੱਖਰੀ ਹੋ ਜਾਂਦੀ ਹੈ, ਜਾਂ ਜੀਉ ਵਿੱਚੋਂ ਕੱਢਿਆ, ਜਦੋਂ ਜਿੰਦ ਵਿੱਚੋਂ ਨਿਕਲ ਜਾਂਦੀ ਹੈ ਪੱਸੂ ਭਰਿਆ ਜਾਏ, ਤਾਂ ਇਹ ਜਿੰਦ ਜਿਹੜੀ ਹੈ, ਸਰੀਰ ਜਿਹੜਾ ਸੀ ਜਿੰਦ, ਇਹ ਵਿਕਾਰਾਂ ਦੀ ਸੁਆਹ ਨਾਲ ਹੀ ਭਰੀ ਹੋਈ ਹੁੰਦੀ ਹੈ। ਕਿਉਂਕਿ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਹੁੰਦਾ, ਜਿਹੜੇ ਮਾਇਆ ਦੇ ਵਿਹੜੇ ਲੱਗੇ ਹੁੰਦੇ ਹਨ, ਮਾਇਆ ਦੇ ਲਾਲਚ ਦੇ ਧੰਦਿਆਂ 'ਚ ਫਸੇ ਹੁੰਦੇ ਹਨ, ਉਹਨਾਂ ਦੀ ਜਿਹੜੀ ਜਿੰਦ ਹੈ ਉਹ ਵਿਕਾਰਾਂ ਦੀ ਸੁਆਹ ਦੇ ਨਾਲ ਹੀ ਭਰੀ ਹੋਈ ਹੁੰਦੀ ਹੈ ਤੇ ਇੱਥੋਂ ਜਾਂਦੀ ਹੈ। ਪੱਸੂ ਭਰਿਆ, ਸੁਆਹ ਨਾਲ ਭਰੀ ਹੋਈ, ਵਿਕਾਰਾਂ ਦੀ ਸੁਆਹ ਨਾਲ। ਹੁਣ 5 ਨੰਬਰ ਨਿਯਮ ਆਪਾਂ ਪੜ੍ਹ ਰਹੇ ਹਾਂ। ਉੱਤਮ ਪੁਰਖ ਫਸਟ ਪਰਸਨ ਇੱਕ ਵਚਨ ਸਿੰਗੂਲਰ ਵਾਲੇ ਵਾਕਾਂ ਵਿੱਚ ਕਿਰਿਆਵਾਚੀ ਸ਼ਬਦਾਂ ਦੇ ਵਰਬ ਵਾਲੇ ਜਿਹੜੇ ਵਰਡਸ ਹਨ ਉਹਨਾਂ ਦੇ ਅੰਤ ਵਿੱਚ ਲੱਗੇ ਦੁਲੈਂਕੜਿਆਂ ਵਿੱਚੋਂ ਹੇਠ ਲਿਖੇ ਅਨੁਸਾਰ ਅਰਥ ਨਿਕਲਦੇ ਹਨ। ਹੁਣ ਇੱਥੇ ਕਿਰਿਆਵਾਚੀ ਸ਼ਬਦਾਂ ਦੀ ਗੱਲ ਆਪਾਂ ਕਰਨ ਲੱਗੇ ਹਾਂ। ਉਹਨਾਂ ਦੇ ਵਿੱਚੋਂ ਫਸਟ ਪਰਸਨ ਵਾਲੇ ਤੇ ਸਿੰਗੂਲਰ ਵਾਲੇ ਜਿਹੜੇ ਅਰਥ ਹਨ ਉਹ ਕਿਵੇਂ ਨਿਕਲਦੇ ਆ। ਨਾ ਦੇਊ, ਇੱਥੇ ਨਾ ਦੇਊ ਬਿੰਦੀ ਲਾ ਕੇ ਉਚਾਰਨ ਹੋਵੇਗਾ, ਮੈਂ ਨਹੀਂ ਦਿੰਦਾ, ਕਿਉਂਕਿ ਫਸਟ ਪਰਸਨ ਦੇ ਵਿੱਚ ਹੈ। ਨਾ ਦੇਊ, ਦੱਦਾ ਦੋਸ਼ ਨਾ ਦੇਊ ਕਿਸਾ, ਦੋਸ਼ ਕਰਮਾ ਆਪਣੇ। ਜਿਹੋ ਜਿਹਾ ਕੰਮ ਮੈਂ ਕਰਦਾ ਹਾਂ ਉਹ ਜਿਹਾ ਫਲ ਮੈਂ ਪਾ ਲੈਂਦਾ ਹਾਂ। ਦੋਸ਼ ਕਰਮਾ ਆਪਣੇ ਆ, ਭੈੜ ਆਪਣੇ ਕੰਮਾਂ ਵਿੱਚ ਹੀ ਹੁੰਦਾ ਹੈ। ਜੋ ਕੰਮ ਅਸੀਂ ਕਰਦੇ ਹਾਂ ਸਾਰਾ ਭੈੜ ਉਸ ਦੇ ਵਿੱਚ ਹੀ ਹੈ। ਇਸ ਲਈ ਮੈਂ ਕਿਸੇ ਹੋਰ ਦੇ ਮੱਥੇ ਦੋਸ਼ ਨਹੀਂ ਦਿੰਦਾ ਵੀ ਇਹ ਦੋਸ਼ ਅਸੀਂ ਹੋਰ ਨੂੰ ਦੇ ਦਈਏ, ਕੰਮ ਤੇ ਮਾੜੇ ਅਸੀਂ ਕਰਦੇ ਰਹੀਏ ਤੇ ਦੋਸ਼ ਅਸੀਂ ਦੂਜਿਆਂ ਨੂੰ ਦੇਣਾ ਸ਼ੁਰੂ ਕਰ ਦਈਏ। ਇੱਥੇ ਜਿਹੜੀ ਕਿਰਿਆ ਹੈ ਦੇਊ, ਇਹ ਫਸਟ ਪਰਸਨ ਉੱਤਮ ਪੁਰਖ ਇੱਕ ਵਚਨ ਦੀ ਕਿਰਿਆ ਹੈ। ਮੈਂ ਦੋਸ਼ ਨਹੀਂ ਦਿੰਦਾ, ਇਹਦਾ ਉਚਾਰਨ ਬਿੰਦੀ ਲਾ ਕੇ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਨਾ ਜਾਣ ਊ, ਮੈਂ ਨਹੀਂ ਜਾਣਦਾ, ਇੱਥੇ ਊ ਦੇ ਉੱਤੇ ਬਿੰਦੀ ਲਾਣੀ ਹੈ। ਸੇਵਾ ਕਛੂ ਨਾ ਜਾਣ ਊ, ਨੀਚ ਮੂਰਖਾਰੇ, ਮੈਂ ਨੀਵੇਂ ਜੀਵਨ ਵਾਲਾ ਹਾਂ। ਨੀਚ ਮੂਰਖਾਰੇ, ਮੈਂ ਮੂਰਖ ਹਾਂ, ਮੈਂ ਤੇਰੀ ਸੇਵਾ ਭਗਤੀ ਕਰਨ ਦੀ ਜਾਚ ਨਹੀਂ ਜਾਣਦਾ। ਸੇਵਾ ਕਛੂ ਨਾ ਜਾਣ ਊ, ਇੱਥੇ ਜਾਣ ਊ ਕਿਰਿਆ ਫਸਟ ਪਰਸਨ ਦੀ ਹੈ, ਸਿੰਗੂਲਰ ਦੀ ਹੈ, ਇਸ ਕਰਕੇ ਇਸ ਦੇ ਵਿੱਚੋਂ ਅਰਥ ਨਿਕਲਦੇ ਹਨ ਮੈਂ ਨਹੀਂ ਜਾਣਦਾ, ਤੇ ਉਚਾਰਨ ਬਿੰਦੀ ਲਾ ਕੇ ਜਾਣ ਊ ਹੋਵੇਗਾ। ਹੁਣ ਨਾ ਜੀਵ ਊ, ਮੈਂ ਨਹੀਂ ਜਿਉਂਦਾ, ਬਿੰਦੀ ਲਾ ਕੇ ਜੀਵ ਊ ਪਾਠ ਕਰਨਾ ਹੈ। ਮੈਂ ਨਹੀਂ ਜਿਉਂਦਾ, ਇਹ ਅਰਥ ਨਿਕਲਣਗੇ। ਖਿਨ ਪਲ ਘੜੀ ਨਾ ਜੀਵ ਊ, ਬਿਨ ਦੇਖੇ ਮਰਾਂ ਮਾਏ। ਮਾਏ, ਏ ਮਾਂ, ਮੈਂ ਹਰੀ ਦੇ ਦਰਸ਼ਨ ਤੋਂ ਬਿਨਾ, ਬਿਨ ਦੇਖੇ ਮਰਾਂ, ਮੈਂ ਹਰੀ ਦੇ ਦਰਸ਼ਨ ਤੋਂ ਬਿਨਾ ਮਰਦਾ ਹਾਂ। ਖਿਨ ਪਲ ਘੜੀ ਨਾ ਜੀਵੂ,
ਇੱਕ ਪਲ ਭਰ ਵੀ ਸਮੇਂ ਵਾਸਤੇ ਵੀ, ਇੱਕ ਘੜੀ ਭਰ ਵਾਸਤੇ ਵੀ ਮੈਂ ਜੀਉ ਨਹੀਂ ਸਕਦਾ। ਭਾਵ ਮੇਰੀ ਆਤਮਕ ਮੌਤ ਹੋ ਜਾਂਦੀ ਹੈ ਜੇ ਮੈਂ ਰੱਬ ਨੂੰ ਵਿਸਾਰ ਦਿੰਦਾ ਹਾਂ। ਰੱਬ ਨਾਲ ਮੇਰੀ ਸਾਂਝ ਨਹੀਂ ਬਣਦੀ, ਮੇਰੀ ਸੁਰਤ ਰੱਬ ਨਾਲ ਨਹੀਂ ਜੁੜਦੀ, ਤਾਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਦੁਲੈਂਕੜਿਆਂ ਸੰਬੰਧੀ ਜੋ ਨਿਯਮ ਸਨ ਇਸ ਪੁਸਤਕ ਦੇ ਵਿੱਚ ਛਪੇ ਹੋਏ, ਉਹ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ। ਕੁਝ ਹੋਰ ਜਾਣਕਾਰੀ ਜਿਹੜੀ ਇਸ ਪੁਸਤਕ ਦੇ ਵਿੱਚ ਨਹੀਂ ਛਪ ਸਕੀ, ਉਹ ਆਪ ਜੀ ਨਾਲ ਹੁਣ ਸਾਂਝੀ ਕੀਤੀ ਜਾ ਰਹੀ ਹੈ। ਸਾਰੇ ਕਲਾਸ ਦੇ ਮੈਂਬਰ ਧਿਆਨ ਦੇ ਨਾਲ ਸੁਣਨ ਦੀ ਕਿਰਪਾਲਤਾ ਕਰਨ। ਮੈਂ ਗੁਰਬਾਣੀ ਦੀਆਂ ਤੁਕਾਂ, ਉਹਨਾਂ ਦੇ ਅਰਥ, ਉਹਨਾਂ ਦੇ ਸਰੂਪ ਬੜੇ ਸੁਖੈਨ ਤੇ ਸਰਲ ਢੰਗ ਦੇ ਨਾਲ ਆਪ ਜੀ ਨੂੰ ਦੱਸਣ ਦਾ ਯਤਨ ਕਰਾਂਗਾ। ਪੰਨਾ ਨੰਬਰ ਵੀ ਨਾਲ ਦੱਸਾਂਗਾ ਤਾਂ ਕਿ ਆਪ ਜੀ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਜਾਂ ਪੋਥੀਆਂ ਤੋਂ ਉਹਨਾਂ ਤੁਕਾਂ ਦੇ ਬਾਰੇ ਆਪ ਜੀ ਪੜ੍ਹ ਕੇ ਵੇਖ ਕੇ ਜਾਣਕਾਰੀ ਲੈ ਸਕੋ। ਹੁਣ ਦੁਲੈਂਕੜੇ ਸੰਬੰਧੀ ਕੁਝ ਹੋਰ ਨਿਯਮ ਜਿਹੜੇ ਹਨ, ਉਹ ਉਹਨਾਂ ਬਾਰੇ ਆਪ ਜੀ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਗੁਰਬਾਣੀ ਵਿੱਚ ਕਦੇ ਕਦੇ ਸੰਬੰਧਕ ਤੋਂ ਪਹਿਲਾਂ ਆਏ ਇਸਤਰੀ ਲਿੰਗ ਸ਼ਬਦਾਂ ਦੀ ਔਂਕੜ, ਜਿਹੜੀ ਮੂਲਕ ਔਂਕੜ ਵੀ ਹੁੰਦੀ ਹੈ, ਉਹ ਦੁਲੈਂਕੜ ਵਿੱਚ ਬਦਲ ਜਾਂਦੀ ਹੈ। ਜਿਹੜੀ ਔਂਕੜ ਹੁੰਦੀ ਹੈ, ਆਪਾਂ ਕੁਝ ਉਦਾਹਰਨਾਂ ਪਹਿਲੇ ਇੱਥੇ ਉੱਤੇ ਵੀ ਲਈਆਂ ਹਨ। ਇੱਥੇ ਵਿਸਥਾਰ ਵਿੱਚ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਜਿਹੜੀ ਸ਼ਬਦ ਔਂਕੜ ਦੇ ਨਾਲ ਇਸਤਰੀ ਲਿੰਗ ਸ਼ਬਦ ਆਉਂਦੇ ਹਨ, ਉਹ ਸੰਬੰਧਕ ਤੋਂ ਪਹਿਲਾਂ ਜਦੋਂ ਵਰਤੇ ਜਾਂਦੇ ਹਨ ਤਾਂ ਉਹਨਾਂ ਨੂੰ ਦੁਲੈਂਕੜ ਦਾ ਰੂਪ ਉਹ ਧਾਰਨ ਕਰ ਲੈਂਦੇ ਹਨ। ਜਿਵੇਂ ਪਹਿਲੀ ਤੁਕ ਮੈਂ ਲੈ ਰਿਹਾ ਹਾਂ, ਖਾਏ ਖਾਏ ਕਰੇ ਬਦ ਫੈਲੀ, ਜਾਨ ਵਿਸੂ ਕੀ ਵਾੜੀ ਜੀਓ। 105 ਪੰਨੇ ਦੇ ਉੱਤੇ ਇਹ ਗੁਰਬਾਣੀ ਦੀ ਪਾਵਨ ਤੁਕ ਹੈ। ਇੱਥੇ ਵਿਸੂ ਕੀ, ਵਿਸ ਸ਼ਬਦ ਜੋ ਹੈ ਉਹ ਜ਼ਹਿਰ ਤੋਂ ਬਣਿਆ ਹੈ। ਇਸ ਦੇ ਅਰਥ ਹਨ ਜ਼ਹਿਰ, ਤੇ ਇਸ ਦੇ ਸਰੂਪ ਹੈ ਵੇ ਨੂੰ ਸਿਆਰੀ, ਸੱਸੇ ਨੂੰ ਔਂਕੜ। ਇਸ ਦੇ ਅੱਗੇ ਸੰਬੰਧਕ ਕੀ ਆਇਆ ਹੈ ਤਾਂ ਵਿਸ ਦਾ ਜਿਹੜਾ ਸਰੂਪ ਹੈ ਉਹ ਵਿਸ ਤੋਂ ਬਦਲ ਕੇ ਵਿਸੂ ਬਣ ਗਿਆ ਹੈ, ਦੁਲੈਂਕੜ ਵਾਲਾ ਬਣ ਗਿਆ ਹੈ। ਭਾਵ ਇਸ ਦਾ ਜ਼ਹਿਰ ਹੀ ਹੈ। ਅਰਥ ਇਸ ਤੁਕ ਦੇ ਇਹ ਹਨ, ਜਿਹੜਾ ਮਨੁੱਖ ਦੁਨੀਆ ਦੇ ਪਦਾਰਥ ਖਾ ਖਾ ਕੇ ਬੁਰੇ ਕੰਮ ਹੀ ਕਰਦਾ ਰਹਿੰਦਾ ਹੈ, ਖਾਏ ਖਾਏ ਕਰੇ ਬਦ ਫੈਲੀ, ਜਾਨ ਵਿਸੂ ਕੀ ਵਾੜੀ ਜੀਓ। ਵਾੜੀ ਕਹਿੰਦੇ ਨੇ ਬਗੀਚੀ ਨੂੰ, ਜਾਨ ਦਾ ਮਤਲਬ ਹੈ ਸਮਝੋ, ਉਸ ਨੂੰ ਜ਼ਹਿਰ ਦੀ ਬਗੀਚੀ ਸਮਝੋ ਵੀ ਉਹ ਮਨੁੱਖ ਜ਼ਹਿਰ ਦੀ ਬਗੀਚੀ ਹੈ, ਜਿਹੜਾ ਖਾਈ ਜਾਂਦਾ ਹੈ ਤੇ ਖਾ ਖਾ ਕੇ ਬਦਫੈਲੀ ਕਰਦਾ ਹੈ, ਬੁਰੇ ਕੰਮ ਹੀ ਕਰਦਾ ਹੈ। ਇੱਥੇ ਵਿਸ਼ੂ ਸ਼ਬਦ ਅਸਲ ਵਿੱਚ ਵਿਸ ਸੀ। ਵਿਸ ਦੇ ਸੱਸੇ ਨੂੰ ਔਂਕੜ ਵਾਲਾ ਇਸਤਰੀ ਲਿੰਗ ਸ਼ਬਦ ਸੀ ਜੋ ਦੁਲੈਂਕੜ ਦਾ ਰੂਪ ਧਾਰਨ ਕਰ ਗਿਆ ਹੈ। ਦੂਜੀ ਉਦਾਹਰਨ ਅਸੀਂ ਲੈ ਰਹੇ ਹਾਂ, ਸਤਿਗੁਰ ਦਾਤਾ ਸਭਨਾ ਵਥੂ ਕਾ, ਪੂਰਾ ਭਾਗ ਮਿਲਾਵਣਿਆ। 116 ਪੰਨੇ ਦੇ ਉੱਤੇ ਇਹ ਪਾਵਨ ਤੁਕ ਦਰਜ ਹੈ। ਵਥ, ਵਥ ਦਾ ਅਰਥ ਹੁੰਦਾ ਵਸਤ। ਵਥ ਇਸਤਰੀ ਲਿੰਗ ਸ਼ਬਦ ਹੈ, ਥੱਥੇ ਨੂੰ ਔਂਕੜ ਦੇ ਨਾਲ ਆਉਂਦਾ ਹੈ, ਪਰ ਇਸ ਦੇ ਅੱਗੇ ਸੰਬੰਧਕ ਕਾ ਆਇਆ ਹੈ। ਸੰਬੰਧਕ ਤੋਂ ਪਹਿਲੇ ਵਰਤਿਆ ਹੈ ਵਥ ਸ਼ਬਦ, ਤਾਂ ਇਹ ਔਂਕੜ ਵਾਲਾ ਸਰੂਪ ਜਿਹੜਾ ਹੈ ਉਹ ਦੁਲੈਂਕੜ ਦੇ ਵਿੱਚ ਬਦਲ ਗਿਆ ਹੈ। ਸਤਿਗੁਰ ਦਾਤਾ ਸਭਨਾ ਵਥੂ ਕਾ, ਪੂਰਾ ਭਾਗ ਮਿਲਾਵਣਿਆ। ਵਥ ਤੋਂ ਵਥੂ ਬਣ ਗਿਆ, ਭਾਵ ਇਸ ਦਾ ਵਸਤ ਹੀ ਹੈ, ਚੀਜ਼। ਸਤਿਗੁਰ ਸਭ ਪਦਾਰਥਾਂ ਦਾ, ਸਭ ਵਸਤੂਆਂ ਦਾ ਦੇਣ ਵਾਲਾ ਹੈ। ਜੋ ਕੁਝ ਅਸੀਂ ਵਸਤੂਆਂ ਪਦਾਰਥ ਪ੍ਰਾਪਤ ਕਰਦੇ ਹਾਂ, ਇਹ ਸਤਿਗੁਰੂ ਪਾਸੋਂ ਹੀ ਸਭ ਨੂੰ ਮਿਲਿਆ ਹੈ। ਪਰਮਾਤਮਾ ਜੀਵ ਨੂੰ ਉਸਦੇ ਪੂਰੇ ਭਾਗਾਂ ਦਾ ਸਦਕਾ ਗੁਰੂ ਨਾਲ ਮਿਲਾਉਂਦਾ ਹੈ। ਪੂਰਾ ਭਾਗ ਮਿਲਾਵਣਿਆ,
ਪੂਰੇ ਭਾਗਾਂ ਦੇ ਨਾਲ ਉਹ ਜੀਵ ਨੂੰ ਮਿਲਾਉਂਦਾ ਹੈ। ਕਿਹਦੇ ਨਾਲ? ਗੁਰੂ ਦੇ ਨਾਲ। ਪਰਮਾਤਮਾ ਗੁਰੂ ਨਾਲ ਮਿਲਾਉਂਦਾ ਹੈ। ਗੁਰੂ ਜੀਵਨ ਦੀ ਜੁਗਤੀ ਦੱਸਦਾ ਹੈ। ਇਹ ਗੁਰੂ ਵਿਚੋਲਾ ਹੈ ਜੀਵ ਤੇ ਪਰਮਾਤਮਾ ਦੇ ਵਿਚਾਲੇ। ਸਤਿਗੁਰੂ ਦੇ ਰਾਹੀਂ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰਦੇ ਹਾਂ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਹੁਣ ਤੀਜੀ ਤੁਕ ਆਪਾਂ ਲੈ ਰਹੇ ਹਾਂ 790 ਪੰਨੇ ਦੇ ਉੱਤੇ। ਗਾਵੋ ਗਧੋਂ ਚੰਦਨ ਖੌਲੀਐ, ਪੀ ਸਾਹੂ ਸਿਉ ਪਾਨ। 790 ਪੰਨੇ ਦੇ ਉੱਤੇ ਇਹ ਤੁਕ ਹੈ ਗਧੋਂ ਚੰਦਨ ਖੌਲੀਐ। ਗਧੋਂ ਦਾ ਭਾਵ ਹੈ ਗਧਾ, ਜਿਸ ਨੂੰ ਆਪਾਂ ਖੋਤਾ ਕਹਿੰਦੇ ਹਾਂ। ਇੱਥੇ ਸਾਹੂ, ਸਾਹੂ ਦਾ ਮਤਲਬ ਹੈ ਸੁਆਹ। ਸਾ ਆਏ ਨੂੰ ਔਂਕੜ ਦੇ ਨਾਲ ਸੁਆਹ ਵਾਸਤੇ ਵਰਤਿਆ ਗਿਆ ਹੈ ਤੇ ਇਸ ਦੀ ਔਂਕੜ ਦੁਲੈਂਕੜ ਦੇ ਵਿੱਚ ਬਦਲ ਗਈ ਜਦੋਂ ਇਸ ਦੇ ਅੱਗੇ ਸਿਉ ਸੰਬੰਧਕ ਆ ਗਿਆ। ਸੰਬੰਧਕ ਤੋਂ ਪਹਿਲੇ ਵਰਤਿਆ ਗਿਆ। ਇਹ ਔਂਕੜ ਦਾ ਸਰੂਪ ਦੁਲੈਂਕੜ ਦੇ ਵਿੱਚ ਇਸ ਨੂੰ ਵਰਤਿਆ ਗਿਆ ਗੁਰਬਾਣੀ ਦੇ ਵਿੱਚ। ਸਾਹੂ, ਸਾਹੂ ਸਿਉ ਦਾ ਮਤਲਬ ਹੈ ਸੁਆਹ ਦੇ ਨਾਲ। ਗਧੋਂ ਚੰਦਨ ਖੌਲੀ ਹੈ। ਗਧਾ ਜਿਹੜਾ ਹੁੰਦਾ ਹੈ, ਖੋਤਾ ਜਿਹੜਾ ਹੁੰਦਾ ਹੈ, ਉਸਦੇ ਉੱਤੇ ਜੇ ਚੰਦਨ ਮਲੀਏ, ਖੋਤੇ ਨੂੰ ਜੇ ਚੰਦਨ ਨਾਲ ਮਲੀਏ ਤਾਂ ਵੀ ਉਸਦੀ ਵਰਤੋਂ ਵਿਹਾਰ, ਪਾਨ, ਪਾਨ ਕਹਿੰਦੇ ਹਨ ਪੈਣ ਦਾ ਸੁਭਾਅ, ਉਹਦੇ ਲੇਟਣ ਦਾ ਸੁਭਾਅ, ਉਹਦੀ ਵਰਤੋਂ ਵਿਹਾਰ ਖੋਤੇ ਦੀ ਉਹ ਕਿੱਦਾਂ ਦੀ ਹੈ? ਉਹ ਸੁਆਹ ਨਾਲ ਹੀ ਹੁੰਦੀ ਹੈ। ਉਹ ਖੇ ਵਿੱਚ ਹੀ, ਮਿੱਟੀ ਦੇ ਵਿੱਚ ਹੀ, ਸੁਆਹ ਦੇ ਵਿੱਚ ਹੀ ਉਹ ਦਲੱਤੇ ਮਾਰਦਾ ਹੈ, ਲੇਟਦਾ ਹੈ। ਭਾਵੇਂ ਉਸਦੇ ਉੱਤੇ ਚੰਦਨ ਉਹਨੂੰ ਰੱਜ ਰੱਜ ਕੇ ਮਲ ਦਿੱਤਾ ਜਾਏ, ਪਰ ਉਹਨੂੰ ਚੰਦਨ ਦੀ ਕੋਈ ਪਰਵਾਹ ਨਹੀਂ ਹੈ। ਇੱਥੇ ਅਰਥ ਇਹ ਹੈ ਵੀ ਪਿਛਲੇ ਕੀਤੇ ਕਰਮਾਂ ਦਾ ਗੇੜ ਜੀਵ ਨੂੰ ਮੰਦੇ ਰਾਹ ਤੋਂ ਹਟਣ ਨਹੀਂ ਦਿੰਦਾ। ਜਿਹੜਾ ਸੁਭਾਅ ਸਾਡਾ ਬਣ ਜਾਂਦਾ ਹੈ ਨਾ, ਇੱਕ ਕਰਮ ਕੀਤਾ, ਉਹਦੀ ਜੰਜੀਰ ਸਾਡੇ ਗਲ ਵਿੱਚ ਪਈ, ਉਸ ਔਗਣ ਦੀ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਇੱਕ ਔਗਣ ਦਾ ਸੰਸਕਾਰ ਸਾਡੇ ਮਨ ਵਿੱਚ ਹੋਏ, ਫਿਰ ਦੂਜੇ ਔਗਣ ਦੇ, ਫਿਰ ਤੀਜੇ ਔਗਣ ਦੇ। ਇਸ ਤਰੀਕੇ ਨਾਲ ਇਹ ਸਾਰੇ ਸੰਸਕਾਰ ਸਾਡੇ ਉਸ ਤਰ੍ਹਾਂ ਦੇ ਬਣ ਗਏ। ਸੰਸਕਾਰਾਂ ਤੋਂ ਸਾਡਾ ਸੁਭਾਅ ਉਸ ਤਰ੍ਹਾਂ ਦਾ ਬਣ ਗਿਆ। ਸੋ ਉਸ ਸੁਭਾਅ ਦੇ ਨਾਲ ਜਿੰਨਾ ਮਰਜ਼ੀ ਸਾਨੂੰ ਕੋਈ ਉਪਦੇਸ਼ ਕਰੇ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਹਿਣਾ, ਕਉ ਮਾਈ ਭੂਲਿਓ ਮਨ ਸਮਝਾਵੈ, ਵੇਦ ਪੁਰਾਣ ਸਾਧ ਮਗ ਸੁਣ ਕਰ। ਇੰਨਾ ਕੁਝ ਕਰਨ ਤੋਂ ਬਾਅਦ ਵੀ ਹੋਇਆ ਕਿ ਵੇਦ ਪੁਰਾਣ ਸਾਧ ਮਗ ਸੁਣ ਕਰ, ਇੱਕ ਪਲ ਪਰ ਸਮੇਂ ਵਾਸਤੇ ਵੀ ਇਹ ਰੱਬ ਦੇ ਗੁਣ ਗਾਉਣ ਵਾਸਤੇ, ਪਰਮਾਤਮਾ ਦੇ ਗੁਣ ਗਾਉਣ ਵਾਸਤੇ ਜੀਵ ਤਿਆਰ ਨਹੀਂ ਹੁੰਦਾ। ਵੇਦ ਪੁਰਾਣ ਸਾਧ ਮਗ ਸੁਣ ਕਰ, ਨਿਮਖ ਨਾ ਹਰ ਗੁਣ ਗਾਵੇ। ਇਹ ਹਰੀ ਦੇ ਗੁਣ ਗਾਉਣ ਵਾਸਤੇ ਤਿਆਰ ਨਹੀਂ ਹੁੰਦਾ। ਇਹ ਸੁਭਾਅ ਐਸੇ ਬਣ ਜਾਂਦੇ ਹਨ। ਇਹਨਾਂ ਸੁਭਾਵਾਂ ਨੂੰ ਕੌਣ ਠੀਕ ਕਰ ਸਕਦਾ ਹੈ? ਉਹ ਪਰਮਾਤਮਾ ਦੀ ਕਿਰਪਾ, ਪਰਮਾਤਮਾ ਦੀ ਨਜ਼ਰ ਉਹ ਕਰ ਸਕਦੀ ਹੈ। ਵਸੀਲਾ ਕੀ ਹੈ? ਵਸੀਲਾ ਹੈ ਬਾਣੀ, ਵਸੀਲਾ ਹੈ ਸਤਸੰਗਤ, ਵਸੀਲਾ ਹੈ ਸਤਿਗੁਰੂ ਦੀ ਸਿਫਤ ਸਲਾਹ। ਜਿੰਨੀ ਸਿਫਤ ਸਲਾਹ ਅਸੀਂ ਕਰਾਂਗੇ, ਇਹ ਸਾਡੀ ਜਿਹੜੀ ਮੈਲ ਹੈ ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵਾਂ ਕੈ ਰੰਗ, ਤਾਂ ਇਹ ਸਾਡਾ ਸੁਭਾਅ ਬਦਲ ਜਾਵੇਗਾ। ਇਹ ਕਿਰਪਾ ਹੋ ਜਾਂਦੀ ਹੈ। ਮਹਾ ਕਸਾਦ ਸ਼ੁਰੀ ਸੱਟ ਪਾਈ, ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ, ਬਰ ਨਾ ਸਾਕਾਂ ਬਹੁ ਗੁਣ ਤੇਰੇ, ਦੀਸਤ ਮਾਸ ਨਾ ਖਾਏ ਬਿਲਾਈ। ਬਿੱਲਾ ਜਿਹੜਾ ਮਾਸ ਤੋਂ ਬਿਨਾਂ ਰਹਿ ਨਹੀਂ ਸਕਦਾ, ਉਹਦੇ ਅੱਗੇ ਮਾਸ ਰੱਖਿਆ ਪਰ ਮੂੰਹ ਨਹੀਂ ਉਧਰ ਕਰਦਾ, ਹੁਣ ਉਹਨੂੰ ਮਾਸ ਹੀ ਚੰਗਾ ਨਹੀਂ ਲੱਗਦਾ, ਉਹਦਾ ਸੁਭਾਅ ਹੀ ਬਦਲ ਗਿਆ। ਦੀਸਤ ਮਾਸ ਨਾ ਖਾਏ ਬਿਲਾਈ, ਮਹਾ ਕਸਾਦ ਛੁਰੀ ਸੁੱਟ ਪਾਈ। ਉਹਨੇ ਛੁਰੀ ਛੱਡ ਦਿੱਤੀ, ਉਹ ਛੁਰੀ ਨੂੰ ਹੱਥ ਨਹੀਂ ਲਾਉਂਦਾ। ਹੁਣ ਕਸਾਈ ਹੋਵੇ ਤੇ ਛੁਰੀ ਨੂੰ ਛੱਡ ਨਾ ਲਾਵੇ। ਗਊ ਕੋ ਚਾਰੇ ਸਾਰ ਦੂਲ,
ਬੱਕਰੀ ਨੂੰ ਚਰਾਉਣਾ, ਗਊ ਨੂੰ ਚਰਾਉਣਾ ਸੀ ਤੇ ਸ਼ੇਰ ਆ ਗਿਆ ਵੀ ਮੈਂ ਚਰਾਉਣ ਵਾਸਤੇ ਲੈ ਕੇ ਜਾ ਸਕਦਾ ਹਾਂ। ਕੌਡੀ ਕਾ ਲੱਖ ਹੁਆ ਮੂਲ, ਜਿਹੜੀ ਚੀਜ਼ ਕੌਡੀ ਦੀ ਸੀ ਉਹ ਉਹਦਾ ਮੁੱਲ ਲੱਖਾਂ ਦਾ ਹੋ ਗਿਆ। ਇਹ ਬੱਕਰੀ ਕੋ ਹਸਤੀ ਪ੍ਰਤਪਾਲਾ, ਜਿਹੜੀ ਬੱਕਰੀ ਆ ਉਹਨੂੰ ਉਹਦੀ ਪ੍ਰਤਪਾਲਨਾ ਕਰਨ ਵਾਸਤੇ ਹਾਥੀ ਆ ਗਿਆ। ਇੱਕ ਦੂਜੇ ਤੋਂ ਵਿਰੋਧੀ ਚੀਜ਼ਾਂ ਹਨ ਇਹ ਸਾਰੀਆਂ। ਸੋ ਇਹ ਸੁਭਾਅ ਕਿਵੇਂ ਬਦਲ ਗਿਆ? ਇਹ ਕਿਰਪਾ ਨਿਧਾਨ ਦੀ ਕਿਰਪਾ ਹੋਈ। ਉਹਦੇ ਅੰਦਰ ਐਸੀ ਬਰਕਤ, ਐਸੇ ਗੁਣ ਹਨ ਕਿ ਉਹ ਜੋ ਚਾਹੇ ਕਰ ਸਕਦਾ ਹੈ। ਸੋ ਇਸ ਵਾਸਤੇ ਜਿਹੜੇ ਇਹ ਸਾਡੇ ਸੁਭਾਅ ਹਨ, ਇਹ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਹੀ ਸਾਡੀ ਇਹ ਅੰਦਰਲੀ ਮੈਲ ਜਿਹੜੀ ਹੈ ਉਹ ਲੱਥ ਸਕਦੀ ਹੈ। ਅਗਲਾ ਨਿਯਮ ਆਪਾਂ ਹੁਣ ਪੜ ਰਹੇ ਆ। ਗੁਰਬਾਣੀ ਵਿੱਚ ਦੁਲੈਂਕੜੇ ਕਿਤੇ ਕਿਤੇ, ਬਹੁਤ ਘੱਟ ਥਾਵਾਂ ਦੇ ਉੱਤੇ ਸੰਬੋਧਨ ਇੱਕ ਵਚਨ ਵਿੱਚ ਵੀ ਵਰਤੇ ਗਏ ਹਨ। ਜਿਵੇਂ 172 ਪੰਨੇ ਦੇ ਉੱਤੇ 172 ਪੰਨੇ ਦੇ ਉੱਤੇ ਗੁਰਬਾਣੀ ਦੀ ਤੁਕ ਹੈ, ਗੁਰਮੁਖ ਜਿੰਦੂ ਜਪ ਨਾਮ ਕਰਮਾ। 172 ਪੰਨੇ ਤੇ ਇਹ ਤੁਕ ਹੈ, ਗੁਰਮੁਖ ਜਿੰਦੂ ਜਪ ਨਾਮ ਕਰਮਾ। ਇੱਥੇ ਜਿੰਦੂ ਦਾ ਅਰਥ ਹੈ ਹੇ ਜਿੰਦੇ। ਇਹ ਜਿੰਦੇ ਕੀ ਹੈ? ਸੰਬੋਧਨ ਹੈ, ਇੱਕ ਵਚਨ ਹੈ। ਗੁਰਮੁਖ ਜਿੰਦੂ, ਜਿੰਦੂ ਹੇ ਜਿੰਦੇ, ਹੇ ਮੇਰੀ ਜਿੰਦੇ। ਗੁਰਮੁਖ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਸ਼ਰਨ ਪੈ ਕੇ ਕੀ ਕਰ? ਜਪ ਨਾਮ, ਪਰਮਾਤਮਾ ਦਾ ਨਾਮ ਜਪ। ਕਰਮਾ ਤੇਰੇ ਭਾਗ ਜਾਗ ਪਏ ਹਨ। ਇੱਥੇ ਇਹ ਤੁਕ ਜਿਹੜੀ ਹੈ, ਇਸ ਵਿੱਚ ਜਿੰਦੂ ਸ਼ਬਦ ਦੁਲੈਂਕੜੇ ਦੇ ਨਾਲ ਸੰਬੋਧਨ ਰੂਪ ਦੇ ਵਿੱਚ ਵੀ ਵਰਤਿਆ ਗਿਆ ਹੈ। ਅਗਲਾ ਨਿਯਮ ਅਸੀਂ ਪੜ ਰਹੇ ਹਾਂ, ਦੁਲੈਂਕੜੇ ਦੇ ਨਾਲ ਹੀ ਸੰਬੰਧਿਤ ਇਹ ਗੱਲ ਜੁੜਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸ਼ਬਦ ਪਸ ਪੱਪਾ ਸੱਸੇ ਨੂੰ ਔਂਕੜ ਅਤੇ ਅਸ ਐੜਾ ਸੱਸੇ ਨੂੰ ਔਂਕੜ ਅਜਿਹੇ ਮਿਲਦੇ ਹਨ ਜੋ ਬਹੁ ਵਚਨ ਪੁਲਿੰਗ ਹੁੰਦਿਆਂ ਹੋਇਆਂ ਵੀ ਔਂਕੜ ਅੰਤ ਰੂਪ ਵਿੱਚ ਵਰਤੇ ਗਏ ਹਨ। ਆਮ ਕਰਕੇ ਬਹੁ ਵਚਨ ਪੁਲਿੰਗ ਜਿਹੜਾ ਹੈ ਆਪਾਂ ਪੜ੍ਹਿਆ ਸੀ ਕਿ ਉਹ ਬਿਨਾਂ ਔਂਕੜ ਦੇ ਮੁਕਤਾ ਅੰਤ ਹੁੰਦਾ ਹੈ। ਪਰ ਇਹ ਦੋ ਸ਼ਬਦ ਐਕਸੈਪਸ਼ਨਲ ਕੇਸਿਸ ਐਸੇ ਹਨ, ਪਸ ਪੱਪਾ ਸੱਸੇ ਨੂੰ ਔਂਕੜ, ਪਸ ਜਿਸ ਦਾ ਅਰਥ ਹੈ ਪਸ਼ੂ। ਕੁਝ ਥਾਵਾਂ ਦੇ ਉੱਤੇ ਪਸ਼ੂ ਕਿਹਾ ਜਾਂਦਾ ਹੈ ਪਿੰਡਾਂ ਦੇ ਵਿੱਚ, ਤੇ ਕੁਝ ਬੋਲੀ ਦੇ ਵਿੱਚ ਪਸ਼ੂ ਕਿਹਾ ਜਾਂਦਾ ਹੈ। ਇਹ ਦੋਵੇਂ ਉਚਾਰਨ ਹੀ ਠੀਕ ਹਨ। ਜਿਹੜੇ ਪਸ਼ੂ ਉਚਾਰਦੇ ਹਨ, ਜਿਹੜੇ ਪਸ਼ੂ ਉਚਾਰਦੇ ਹਨ। ਇਸੇ ਤਰ੍ਹਾਂ ਅਸ ਐੜਾ ਸੱਸੇ ਨੂੰ ਔਂਕੜ, ਅਸ ਦਾ ਅਰਥ ਹੈ ਘੋੜੇ। ਇਹ ਬਹੁਵਚਨ ਹੈ, ਪਸ਼ੂ ਸ਼ਬਦ ਬਹੁਵਚਨ ਹੈ, ਪੁਲਿੰਗ ਹੈ। ਇਹ ਦੋ ਸ਼ਬਦ ਜਦੋਂ ਵੀ ਆਏ ਹਨ ਇਹ ਔਂਕੜ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤੇ ਗਏ ਹਨ। ਹੁਣ ਇੱਥੇ ਇਹਨਾਂ ਦਾ ਜ਼ਿਕਰ ਦੁਲੈਂਕੜੇ ਵਿੱਚ ਕਿਉਂ ਕੀਤਾ ਗਿਆ ਹੈ, ਇਹ ਆਪਾਂ ਅੱਗੇ ਜਾ ਕੇ ਵਾਚਦੇ ਹਾਂ। ਪਹਿਲੇ ਆਪਾਂ ਗੁਰਬਾਣੀ ਵਿੱਚੋਂ ਤੁਕ ਲੈਂਦੇ ਹਾਂ 1079 ਪੰਨੇ ਦੇ ਉੱਤੇ 1079 ਪੇਜ ਦੇ ਉੱਤੇ ਗੁਰਬਾਣੀ ਦੀ ਤੁਕ ਹੈ ਪਸ ਦੇ ਉੱਤੇ ਬਾਰੇ। ਸਿਮਰੈ ਪਸ ਪੰਖੀ ਸਭ ਭੂਤਾ। 1079 ਪੰਨੇ ਦੇ ਉੱਤੇ ਗੁਰਬਾਣੀ ਦੀ ਤੁਕ ਹੈ ਸਿਮਰੈ ਪਸ ਪੰਖੀ ਸਭ ਭੂਤਾ। ਇੱਥੇ ਜਿਹੜਾ ਪਸ ਸ਼ਬਦ ਹੈ ਇਸ ਨੂੰ
ਸੱਸੇ ਦੇ ਪੈਰ ਵਿੱਚ ਬਿੰਦੀ ਲਾ ਕੇ ਪਸ਼ ਵੀ ਆਪਾਂ ਸੱਸੇ ਪੈਰੀ ਬਿੰਦੀ ਵਾਲਾ ਪਸ਼ ਵੀ ਬੋਲ ਸਕਦੇ ਆ, ਪਸ ਵੀ ਬੋਲ ਸਕਦੇ ਆ, ਕਿਉਂਕਿ ਜਿਵੇਂ ਮੈਂ ਪਹਿਲੇ ਦੱਸਿਆ ਸੀ ਕਈ ਪਿੰਡਾਂ ਦੇ ਵਿੱਚ ਪਸ਼ੂ ਕਿਹਾ ਜਾਂਦਾ ਹੈ ਤੇ ਕਈ ਜਗ੍ਹਾ ਤੇ ਪਸ਼ੂ ਕਿਹਾ ਜਾਂਦਾ ਹੈ। ਇਸ ਦੇ ਅਰਥ ਹਨ, ਹੇ ਭਾਈ ਸਾਰੇ ਪਸ਼ੂ ਪੰਛੀ, ਆਦਿਕ ਜੀਵ, ਭੂਤਾ ਦਾ ਅਰਥ ਹੈ ਸਾਰੇ ਜੀਵ, ਜੀਵ ਪ੍ਰਭੂ ਦੀ ਰਜ਼ਾ ਵਿੱਚ ਕੰਮ ਕਰ ਰਹੇ ਹਨ। ਸਿਮਰੈ, ਸਿਮਰੈ ਜੇ ਦੁਲਾਵਾਂ ਦੇ ਨਾਲ ਹੋਵੇ ਤਾਂ ਉਸਦਾ ਅਰਥ ਹੁੰਦਾ ਸਿਮਰੈ, ਸਿਮਰਦਾ ਹੈ। ਪਰ ਜਦੋਂ ਹਾਹੇ ਨੂੰ ਸਿਆਰੀ ਵਾਲੀ ਕਿਰਿਆ ਆ ਜਾਂਦੀ ਹੈ ਤਾਂ ਇਹ ਬਹੁਵਚਨ ਦੀ ਕਿਰਿਆ ਬਣ ਜਾਂਦੀ ਹੈ। ਉਸਦਾ ਅਰਥ ਹੁੰਦਾ ਸਿਮਰਦੇ ਹਨ, ਵੀ ਇਹ ਸਾਰੇ ਪਸ਼ੂ ਪੰਛੀ ਸਾਰੇ ਜੀਵ ਪ੍ਰਭੂ ਨੂੰ ਸਿਮਰਦੇ ਹਨ। ਭਾਵ ਕੀ ਹੈ, ਪ੍ਰਭੂ ਦੀ ਰਜ਼ਾ ਵਿੱਚ ਕੰਮ ਕਰ ਰਹੇ ਹਨ। ਜਿਵੇਂ ਗਾਵਾਂ ਵਾਲੀ ਪੌੜੀ ਹੈ ਨਾ, ਸੋਧਰ ਵਾਲੀ ਪੌੜੀ, ਉਹਦੇ ਚ ਹਵਾ ਪਾਣੀ ਸਾਰੇ ਤੈਨੂੰ ਗਾ ਰਹੇ ਹਨ। ਭਾਵ ਕੀ ਹੈ, ਤੇਰੀ ਰਜ਼ਾ ਦੇ ਵਿੱਚ ਉਹ ਤੁਰ ਰਹੇ ਹਨ, ਪ੍ਰਭੂ ਦੇ ਹੁਕਮ ਦੇ ਵਿੱਚ ਉਹ ਸਾਰੇ ਕਿਰਿਆ ਕਰ ਰਹੇ ਹਨ। ਹੁਣ ਇਹ ਜਿਹੜਾ ਪਸ ਸ਼ਬਦ ਹੈ ਤੇ ਦੂਜੀ ਤੁਕ ਲੈ ਰਹੇ ਆ ਅਸ ਦੇ ਬਾਰੇ, ਘੋੜੇ ਦੇ ਬਾਰੇ। ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ, ਇਹ 706 ਪੰਨੇ ਦੇ ਉੱਤੇ ਇਹ ਤੁਕ ਹੈ। 706 ਪੇਜ ਦੇ ਉੱਤੇ ਇਹ ਤੁਕ ਹੈ। ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ। ਇੱਥੇ ਅਸ ਦਾ ਅਰਥ ਹੈ ਬਹੁਵਚਨ ਘੋੜੇ, ਇਹ ਪੁਲਿੰਗ ਹੈ। ਅਸ ਬਹੁਵਚਨ ਹੈ, ਅਰਥ ਹੈ ਘੋੜੇ। ਅਰਥ ਇਸਦੇ ਹਨ, ਇਹ ਸੰਸਕ੍ਰਿਤ ਦਾ ਲਫ਼ਜ਼ ਹੈ ਅਸਵ। ਆਪਾਂ ਪਿੱਛੇ ਪੜ੍ਹਿਆ ਸੀ ਵੀ ਪੈਰ ਦੇ ਵਿੱਚ ਜਿਹੜਾ ਅੱਧਾ ਬੱਬਾ ਹੁੰਦਾ ਹੈ ਉਹ ਔਂਕੜ ਦੇ ਰੂਪ ਧਾਰਨ ਕਰ ਲੈਂਦਾ ਹੈ, ਤਾਂ ਉਸ ਬੱਬੇ ਦੀ ਥਾਂ ਦੇ ਉੱਤੇ ਔਂਕੜ ਹੋ ਕੇ ਐੜਾ ਸੱਸੇ ਨੂੰ ਔਂਕੜ ਬਣ ਗਈ ਹੈ। ਇਹ ਹੈ ਬਹੁਵਚਨ ਹੈ। ਤੇ ਇਸ ਤੁਕ ਦੇ ਅਰਥ ਹਨ, ਤੇਰੇ ਚੰਗੇ ਭਾਗ ਬਣਾ ਕੇ ਤੈਨੂੰ ਉਸਨੇ ਘਰ ਸੋਹਣੇ ਮਕਾਨ ਰਥ ਤੇ ਘੋੜੇ ਦਿੱਤੇ। ਭਾਵ ਇੰਨੀਆਂ ਬਖਸ਼ਾਂ ਤੇਰੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ, ਉਸ ਮਾਲਕ ਨੇ ਕੀਤੀਆਂ। ਸੋ ਇਹ ਦੋ ਸ਼ਬਦ ਜਾਣਕਾਰੀ ਵਾਸਤੇ ਦਿੱਤੇ ਗਏ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਬਹੁਵਚਨ ਪੁਲਿੰਗ ਹਨ ਜਿਹੜੇ ਔਂਕੜ ਦੇ ਨਾਲ ਆਏ ਹਨ, ਤੇ ਇਹ ਹਮੇਸ਼ਾ ਔਂਕੜ ਦੇ ਨਾਲ ਵਰਤੇ ਗਏ ਹਨ। ਪਰ ਇੱਥੇ ਹੁਣ ਦੁਲੈਂਕੜ ਨਾਲ ਜਿਹੜਾ ਸੰਬੰਧ ਪਸ ਸ਼ਬਦ ਹੈ, ਜਿਸ ਨੂੰ ਅਸੀਂ ਪਸ਼ੂ ਕਹਿੰਦੇ ਹਾਂ, ਇਹ ਔਂਕੜ ਜਿਹੜੀ ਇਸ ਦੀ ਹੈ ਇਹ ਦੁਲੈਂਕੜ ਦੇ ਵਿੱਚ ਵੀ ਬਦਲੀ ਗਈ ਹੈ ਜਦੋਂ ਸੰਬੰਧਕ ਤੋਂ ਪਹਿਲੇ ਇਸ ਨੂੰ ਵਰਤਿਆ ਗਿਆ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, 267 ਪੰਨੇ ਦੇ ਉੱਤੇ ਇਹ ਤੁਕ ਹੈ। ਸੁਖਮਨੀ ਸਾਹਿਬ ਦੇ ਵਿੱਚ ਆਪਾਂ ਆਮ ਪੜ੍ਹਦੇ ਹਾਂ 267 ਪੇਜ ਦੇ ਉੱਤੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਇੱਥੇ ਪਸ ਸ਼ਬਦ ਸੱਸੇ ਨੂੰ ਔਂਕੜ ਦੇ ਨਾਲ ਸੀ, ਸੰਬੰਧਕ ਕੀ ਤੋਂ ਪਹਿਲਾਂ ਇਸ ਦੀ ਵਰਤੋਂ ਕੀਤੀ ਗਈ, ਤਾਂ ਇਸ ਦਾ ਸਰੂਪ ਜਿਹੜਾ ਹੈ ਉਹ ਦੁਲੈਂਕੜ ਵਾਲਾ ਪਸ਼ੂ ਬਣਾ ਦਿੱਤਾ ਗਿਆ। ਸੋ ਇਸ ਦੇ ਅਰਥ ਹਨ, ਜਾਤ ਮਨੁੱਖ ਦੀ ਹੈ, ਮਾਨਸ ਜਾਤ, ਜਾਤ ਮਨੁੱਖ ਦੀ ਹੈ। ਭਾਵ ਮਨੁੱਖ ਸ਼੍ਰੇਣੀ ਵਿੱਚ ਜੰਮਿਆ ਹੈ, ਪਰ ਕੰਮ ਪਸ਼ੂਆਂ ਵਾਲੇ ਹਨ। ਸਾਡੀ ਜਿਹੜੀ ਕਰਤੂਤ ਹੈ ਉਹ ਪਸ਼ੂਆਂ ਵਾਲੀ ਹੈ, ਵੇਖਣ ਨੂੰ ਅਸੀਂ ਮਨੁੱਖ ਲੱਗਦੇ ਆ। ਸੋ ਇੱਥੇ ਇਹ ਤਾਂ ਜ਼ਿਕਰ ਕੀਤਾ ਗਿਆ ਹੈ ਕਿ ਕਈ ਵਾਰੀ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਹਨ ਉਹਨਾਂ ਨੂੰ ਜਦੋਂ ਸੰਬੰਧਕ ਤੋਂ ਪਹਿਲੇ ਵਰਤਿਆ ਜਾਂਦਾ ਹੈ ਤਾਂ ਉਹ ਦੁਲੈਂਕੜ ਦੇ ਰੂਪ ਦੇ ਵਿੱਚ ਵੀ ਆ ਜਾਂਦਾ, ਉਹਨਾਂ ਦੀ ਵਰਤੋਂ ਹੋ ਜਾਂਦੀ ਹੈ। ਤੇ ਐਕਸੈਪਸ਼ਨਲ ਕੇਸਿਸ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਕਈ ਹਨ ਜਿਨ੍ਹਾਂ ਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ, ਨਹੀਂ ਤਾਂ ਕਈ ਵਾਰੀ ਅਸੀਂ ਦੁਬਿਧਾ ਵਿੱਚ ਪੈ ਜਾਂਦੇ ਹਾਂ ਵੀ ਇਹ ਤਾਂ ਪੁਲਿੰਗ ਸ਼ਬਦ ਹੈ, ਇਹ ਤਾਂ ਬਹੁਵਚਨ ਸ਼ਬਦ ਹੈ, ਇੱਥੇ ਔਂਕੜ ਕਿਵੇਂ ਲੱਗ ਗਈ। ਸੋ ਇਹ ਦੱਸਿਆ ਜਾਂਦਾ ਹੈ ਕਿ ਇਹ ਐਕਸੈਪਸ਼ਨਲ ਕੇਸਿਸ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਇਹ ਦੋ ਸ਼ਬਦ ਪਸ ਸੱਸੇ ਨੂੰ ਔਂਕੜ ਦੇ ਨਾਲ
ਤੇ ਅਸ ਸੱਸੇ ਨੂੰ ਔਂਕੜ ਦੇ ਨਾਲ, ਪਸ ਦਾ ਅਰਥ ਹੈ ਪਸ਼ੂ, ਅਸ ਦਾ ਅਰਥ ਹੈ ਘੋੜੇ। ਇਹ ਔਂਕੜ ਦੇ ਨਾਲ ਹੀ ਜਿੱਥੇ ਆਏ ਹਨ ਉਹ ਔਂਕੜ ਨਾਲ ਹੀ ਆਏ ਹਨ ਤੇ ਇਹਨਾਂ ਦੀ ਔਂਕੜ ਕਾਇਮ ਰਹੀ ਹੈ, ਟਿਕਿਆ ਰਹਿੰਦਾ ਇਹਨਾਂ ਦਾ ਔਂਕੜ। ਪਰ ਜਦੋਂ ਇਹ ਸੰਬੰਧਕ ਤੋਂ ਪਹਿਲੇ ਪਸ ਸ਼ਬਦ ਵਰਤਿਆ ਗਿਆ ਹੈ ਤਾਂ ਇਸ ਨੂੰ ਪਸ਼ੂ ਦੁਲੈਂਕੜ ਦੇ ਰੂਪ ਵਿੱਚ ਬਣਾ ਦਿੱਤਾ ਗਿਆ ਹੈ। ਜਿਵੇਂ ਇਸਤਰੀ ਲਿੰਗ ਸ਼ਬਦ ਜਿਹੜੇ ਹਨ ਉਹ ਔਂਕੜ ਵਾਲੇ ਜਦੋਂ ਸੰਬੰਧਕ ਤੋਂ ਪਹਿਲੇ ਕਈ ਜਗ੍ਹਾ ਤੇ ਵਰਤੇ ਗਏ ਹਨ ਤਾਂ ਉਹਨਾਂ ਨੂੰ ਵੀ ਦੁਲੈਂਕੜ ਦੇ ਰੂਪ ਦੇ ਵਿੱਚ ਉਹਨਾਂ ਨੂੰ ਬਣਾ ਦਿੱਤਾ ਗਿਆ ਹੈ। ਹੁਣ ਅੱਗੇ ਅਸੀਂ ਇੱਕ ਹੋਰ ਸ਼ਬਦ ਪੜ੍ਹ ਰਹੇ ਹਾਂ, ਉਹ ਸ਼ਬਦ ਹੈ ਹੀ। ਇਸ ਦਾ ਆਪਾਂ ਕੱਲ ਵੀ ਵਰਣਨ ਕੀਤਾ ਸੀ, ਜਿਸ ਨੂੰ ਆਪਾਂ ਅਵਿਆ ਕਹਿੰਦੇ ਆ, ਜਿਸ ਨੂੰ ਆਪਾਂ ਕਿਰਿਆ ਵਿਸ਼ੇਸ਼ਣ ਵੀ ਕਹਿੰਦੇ ਆ। ਹੀ ਸ਼ਬਦ ਜਿਸ ਲਫ਼ਜ਼ ਉੱਤੇ ਜ਼ੋਰ ਦੇਣਾ ਹੋਵੇ ਉਸ ਦੇ ਪਿੱਛੇ ਸ਼ਬਦ ਹੀ ਵਰਤਿਆ ਜਾਂਦਾ ਹੈ। ਜਿਵੇਂ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਲੇਤ ਹੀ ਲੈਂਦੇ ਸਾਰ, ਲੇਤ ਹੀ ਵੀ ਲੈਂਦੇ ਸਾਰ। ਇੱਥੇ ਹੀ ਸ਼ਬਦ ਲੇਤ ਦੇ ਨਾਲ ਉਸ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ। ਸੋ ਕਿਹੜਾ ਪਾਪ ਹੈ ਜਿਹੜਾ ਰੱਬ ਦਾ ਨਾਂ ਲਿਆ ਜਾਵੇ ਤੇ ਉਹ ਪਾਪ ਨਾ ਲਏ? ਭਾਵ ਇਹ ਹੋ ਹੀ ਨਹੀਂ ਸਕਦਾ ਕਿ ਰੱਬ ਦਾ ਨਾਮ ਲਿਆ ਜਾਵੇ ਤੇ ਕਲੰਕ ਪਾਪ ਨਾ ਲਵੇ। ਕੋਈ ਪਾਪ ਨਹੀਂ ਰਹਿੰਦਾ ਜੇਕਰ ਰੱਬ ਦਾ ਨਾਮ ਲੈ ਲਿਆ ਜਾਵੇ। ਹੁਣ ਇਹ ਜਿਹੜਾ ਹੀ ਸ਼ਬਦ ਹੈ, ਕਿਉਂਕਿ ਆਪਾਂ ਇੱਥੇ ਗੱਲ ਅੱਜ ਦੁਲੈਂਕੜ ਦੀ ਕਰ ਰਹੇ ਹਾਂ, ਤਾਂ ਹੀ ਸ਼ਬਦ ਦਾ ਸੰਬੰਧ ਦੁਲੈਂਕੜ ਦੇ ਨਾਲ ਕਿਵੇਂ ਜਾ ਕੇ ਜੁੜਨਾ ਹੈ, ਇਸ ਵਾਸਤੇ ਮੈਂ ਵਿੱਚੋਂ ਇਹ ਹੀ ਸ਼ਬਦ ਦਾ ਜ਼ਿਕਰ ਕੀਤਾ ਹੈ। ਕਦੇ ਕਦੇ ਸ਼ਬਦ ਹੀ ਦੀ ਬਿਹਾਰੀ, ਹਾਏ ਨੂੰ ਜਿਹੜੀ ਬਿਹਾਰੀ ਲੱਗੀ ਹੋਈ ਹੈ, ਇਹਦੇ ਥਾਂ ਦੇ ਉੱਤੇ ਔਂਕੜ ਜਾਂ ਦੁਲੈਂਕੜ ਵੀ ਹੋ ਜਾਂਦੇ ਹਨ ਗੁਰਬਾਣੀ ਦੇ ਵਿੱਚ। ਉਹ ਕਿਵੇਂ? ਪਹਿਲੇ ਆਪਾਂ ਔਂਕੜ ਦੀ ਉਦਾਹਰਨ ਲੈ ਰਹੇ ਹਾਂ। ਪੰਨਾ ਨੰਬਰ 677 677 ਦੇ ਉੱਤੇ ਇਹ ਤੁਕ ਹੈ, ਜੈ ਜੈ ਪੇਖੋਂ ਤੈ ਹਜੂਰ ਦੂਰ ਕਤੋ ਨਾ ਜਾਈ। ਇੱਥੇ ਹੁਣ ਕਤ ਹੀ, ਕਤ ਤੋਂ ਬਾਅਦ ਹੀ, ਕਤ ਹੀ, ਕਤੀ ਦਾ ਮਤਲਬ ਹੈ ਹੁੰਦਾ ਵੀ ਕਤੀ ਕਦੀ ਵੀ। ਹੁਣ ਉਹ ਜਿਹੜਾ ਹੀ ਸ਼ਬਦ ਸੀ ਉਹ ਹਾਏ ਨੂੰ ਔਂਕੜ ਦੇ ਵਿੱਚ ਬਦਲ ਕੇ ਕਤੋ ਸ਼ਬਦ ਦੇ ਵਿੱਚ ਰੂਪ ਦੇ ਵਿੱਚ ਗੁਰੂ ਪਾਤਸ਼ਾਹ ਨੇ ਇਸ ਦੀ ਵਰਤੋਂ ਕੀਤੀ ਹੈ। ਇਹ ਹੈ ਉਹੀ ਹੀ ਸ਼ਬਦ ਹੀ ਹੈ। ਜੈ ਜੈ ਪੇਖੋਂ ਤੈ ਹਜੂਰ ਦੂਰ ਕਤੋਂ ਨਾ ਜਾਈ। ਇਹ ਭਾਈ ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ ਨਾਜ਼ਰ ਹੈ। ਉਹ ਕਿਸੇ ਥਾਂ ਤੋਂ ਵੀ ਜਾਈ ਦੀ ਅਰਥ ਹੈ ਥਾਂ, ਨਹੀਂ ਤਾਂ ਆਪਾਂ ਟਪੜਾ ਖਾ ਸਕਦੇ ਹਾਂ। ਜਾਈ ਦਾ ਮਤਲਬ ਜਾਣਾ ਨਹੀਂ ਹੈ। ਇੱਥੇ ਜਾਈ ਦਾ ਭਾਵ ਹੈ ਥਾਂ। ਉਹ ਦੂਰ ਨਹੀਂ ਹੈ, ਉਹ ਕਿਸੇ ਵੀ ਥਾਂ ਤੋਂ ਦੂਰ ਨਹੀਂ ਹੈ। ਕਤੋਂ ਜਾਈ ਕਿਸੇ ਵੀ ਥਾਂ ਤੋਂ, ਕਤੋ ਇੱਥੇ ਕਤ ਹੀ ਤੋਂ ਕਤੋ ਬਣ ਗਿਆ ਹਾਏ ਨੂੰ ਔਂਕੜ ਦੇ ਨਾਲ। ਹੁਣ ਆਪਾਂ ਉਹ ਤੁਕ ਵੇਖਾਂਗੇ ਜਿਸ ਵਿੱਚ ਇਹ ਹਾਏ ਦੀ ਔਂਕੜ ਵਾਲਾ ਕਤੋ ਇਹ ਕਤ ਹੂੰ ਬਣ ਗਿਆ, ਹਾਏ ਨੂੰ ਦੁਲੈਂਕੜ ਦੇ ਨਾਲ ਬਣ ਗਿਆ। ਇਹ 681 ਪੇਜ ਦੇ ਉੱਤੇ ਇਹ ਗੁਰਬਾਣੀ ਦੀ ਤੁਕ ਹੈ। ਏਕ ਨਾਮ ਦਿਓ ਮਨ ਮੰਤਾ ਬਿਨ ਸਨਾ ਕਤਹੂ ਜਾਏ ਜਾਤ। ਏਕ ਨਾਮ ਦਿਓ ਮਨ ਮੰਤਾ ਬਿਨ ਸਨਾ ਕਤਹੂ ਜਾਤ। ਛੇ ਸੌ 81 ਪੰਨੇ ਦੇ ਉੱਤੇ ਜਿਹੜੀ ਇਹ ਤੁਕ ਹੈ, ਇੱਥੇ ਕਤਹੂ, ਕਤੂ ਦਾ ਮਤਲਬ ਕਦੀ ਵੀ ਨਹੀਂ। ਜੈ ਜੈ ਪੇਖੋਂ ਤੈ ਹਜੂਰ ਦੂਰ ਕਤੂ ਨਾ ਜਾਈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ ਮਨ ਵਾਸਤੇ ਗੁਰੂ ਪਰਮਾਤਮਾ ਦਾ ਨਾਮ ਮੰਤਰ ਦਿੰਦਾ ਹੈ।
ਜਦੋਂ ਨਾਮ ਮੰਤਰ ਗੁਰੂ ਦਿੰਦਾ ਹੈ, ਨਾਮ ਮੰਤਰ ਦਾ ਭਾਵ ਕੀ ਹੈ? ਉਪਦੇਸ਼ ਦਿੰਦਾ ਹੈ, ਕਿਉਂਕਿ ਗੁਰਬਾਣੀ ਕੋਈ ਮੰਤਰ ਜੰਤਰ ਨਹੀਂ ਹਨ। ਜਦੋਂ ਵੀ ਮੰਤਰ ਸ਼ਬਦ ਆਏਗਾ ਗੁਰਬਾਣੀ ਦੇ ਵਿੱਚ ਤਾਂ ਉਸ ਦਾ ਅਰਥ ਭਾਵ ਹੈ ਉਪਦੇਸ਼। ਗੁਰੂ ਉਪਦੇਸ਼ ਦਿੰਦਾ ਹੈ ਤੇ ਜੋ ਨਾ ਨਾਸ ਹੁੰਦਾ ਹੈ ਨਾ ਕਿਤੇ ਗੁਆਚਦਾ ਹੈ ਕਤੂ, ਕਦੀ ਵੀ। ਉਹ ਕਤੂ ਦਾ ਭਾਵ ਹੈ ਕਿਤੇ ਵੀ, ਉਹ ਬਿਨਸ ਨਾ ਜਾਏ, ਜਾਤ ਨਾਸ ਨਹੀਂ ਹੁੰਦਾ। ਇਹ ਹੁਣ ਜਿਹੜਾ ਹੀ ਸ਼ਬਦ ਸੀ ਉਹ ਹਾਹੇ ਨੂੰ ਔਂਕੜ ਦਾ ਰੂਪ ਧਾਰਨ ਕਰਕੇ ਕਤੋ ਬਣਿਆ, ਫਿਰ ਇਹ ਦੁਲੈਂਕੜ ਦਾ ਰੂਪ ਧਾਰਨ ਕੇ ਕਤਹੂ ਬਣ ਗਿਆ। ਸੋ ਇਸ ਢੰਗ ਦੇ ਨਾਲ ਦੁਲੈਂਕੜ ਦੇ ਵਿੱਚ ਵੀ ਇਹ ਰੂਪ ਧਾਰਨ ਕਰ ਲੈਂਦਾ ਹੈ ਹੀ ਸ਼ਬਦ। ਹੁਣ ਇਸ ਦੀਆਂ ਕੁਝ ਹੋਰ ਉਦਾਹਰਨਾਂ ਆਪਾਂ ਲੈ ਰਹੇ ਹਾਂ, ਜਿਸ ਦੇ ਵਿੱਚ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ। ਕਿਉਂਕਿ ਸਮਾਂ ਬਹੁਤ ਨੇੜੇ ਆ ਗਿਆ ਹੈ, ਇਸ ਕਰਕੇ ਬਹੁਤੇ ਅਰਥ ਨਹੀਂ ਕੀਤੇ ਜਾਣਗੇ। ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ। ਇਹ ਕਿਨਹੂ, ਕਿਨ ਹੀ ਤੋਂ ਕਿਨਹੂ ਬਣ ਗਿਆ ਤੁਲੰਕੜ ਦੇ ਨਾਲ। ਤਿੰਨ ਸਾਧੂ ਚਰਨ ਨਾ ਸੇਵੇ ਕਬ ਹੂੰ, ਤਿੰਨ ਸਭ ਜਨਮ ਅਕਾਥਾ। 696 ਪੰਨੇ ਦੇ ਉੱਤੇ ਹੈ, ਪਹਿਲੀ ਤੁਕ 685 ਪੰਨੇ ਦੇ ਉੱਤੇ ਸੀ। ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ। ਤਿੰਨ ਸਾਧੂ ਚਰਨ ਨਾ ਸੇਵੇ ਕਬ ਹੂੰ, ਤਿੰਨ ਸਭ ਜਨਮ ਅਕਾਥਾ। ਇਹ 696 ਪੰਨੇ ਤੇ ਕਬ ਹੂ, ਕਬੋ ਤੋਂ ਕਬ ਹੂ ਬਣ ਗਿਆ। ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਉ। ਇਹ 745 ਪੰਨੇ ਦੇ ਉੱਤੇ ਇਹ ਤੁਕ ਹੈ। ਇਹ ਤਾ ਤੋਂ ਤਾ ਤੱਤੇ ਨੂੰ ਕੰਨਾ, ਹਾਹੇ ਨੂੰ ਔਂਕੜ ਤੋਂ ਨਾਲ ਹੀ, ਤਾਹੀ ਤੋਂ ਤਾਹੂ ਇਹ ਬਣ ਗਿਆ। ਜਨਮ ਮਰਨ ਦੋ ਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ ਦੋ ਹੂੰ। ਇਹ 749 ਪੰਨੇ ਦੇ ਉੱਤੇ ਤੁਕ ਹੈ। ਕਬੀਰਾ ਹਮਰਾ ਕੋ ਨਹੀਂ, ਹਮ ਕਿਸੂ ਕੇ ਨਾਹੇ। ਇਹ 1376 ਪੰਨੇ ਦੇ ਉੱਤੇ ਇਹ ਸ਼ਲੋਕ ਹੈ, ਪਰ ਇਹ ਸ਼ਲੋਕ ਕਬੀਰ ਜੀ ਦਾ ਨਹੀਂ ਹੈ। ਕਬੀਰ ਜੀ ਦਾ 213 ਨੰਬਰ ਸ਼ਲੋਕ ਹੈ। ਇਹ ਸ਼ਲੋਕ ਮਹਿਲਾ ਪੰਜਵਾਂ ਦੇ ਸਿਰਲੇਖ ਹੇਠ ਗੁਰੂ ਅਰਜਨ ਪਾਤਸ਼ਾਹ ਦਾ ਹੈ, ਜਿੱਥੇ 213 ਨੰਬਰ ਸ਼ਲੋਕ ਦੀ ਵਿਆਖਿਆ ਕੀਤੀ ਗਈ ਹੈ, ਜਿਸ ਵਿੱਚ ਗੁਰੂ ਪਾਤਸ਼ਾਹ ਨੇ ਕਿਹਾ ਹੈ ਕਿ ਘਰ ਦੇ ਕੰਮ ਧੰਦੇ ਛੱਡਣੇ ਨਹੀਂ ਹਨ, ਪਰਿਵਾਰ ਦੀ ਪਾਲਣਾ ਕਰਨੀ ਹੈ। ਪਰਿਵਾਰ ਦੇ ਗ੍ਰਸਤੀ ਹੁੰਦਿਆਂ ਹੋਇਆਂ ਸਾਰੇ ਫਰਜ਼ ਨਿਭਾਉਣੇ ਹਨ, ਪਰ ਆਪਣਾ ਜਿਹੜਾ ਚਿੱਤ ਹੈ ਉਹ ਪਰਮਾਤਮਾ ਨਾਲ, ਪ੍ਰਭੂ ਦੀ ਸਿਫਤ ਸਲਾਹ ਨਾਲ ਜੋੜ ਕੇ ਰੱਖਣਾ ਹੈ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਐਸਾ ਕੰਮ ਕਰਨਾ ਹੈ। ਸੋ ਉਸ ਵਿਆਖਿਆ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਲੋਕ ਲਿਖਿਆ ਹੈ, ਕਬੀਰ ਹਮਰਾ ਕੋ ਨਹੀਂ, ਹਮ ਕਿਸੂ ਕੇ ਨਾਹੇ। ਇਸ ਦੇ ਅਰਥ ਹਨ ਕਿਸੇ ਦੇ, ਕਿਸੂ ਦਾ ਅਰਥ ਹੈ ਕਿਸੇ ਦੇ। ਕਿ ਇਹ ਸ਼ਲੋਕ ਗੁਰੂ ਅਰਜਨ ਪਾਤਸ਼ਾਹ ਜੀ ਦਾ ਹੈ, ਜੋ ਸ਼ਲੋਕ ਨੰਬਰ 213 ਦੀ ਵਿਆਖਿਆ ਹੈ। ਇਸ ਸ਼ਲੋਕ ਵਿੱਚ ਗੁਰੂ ਅਰਜਨ ਸਾਹਿਬ ਨੇ ਦੱਸਿਆ ਹੈ, ਹੇ ਕਬੀਰ, ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀਂ ਤਾਂ ਉਸ ਦੀ ਯਾਦ ਵਿੱਚ ਟਿਕੇ ਰਹਿੰਦੇ ਹਾਂ। ਜਿਨ ਇਹ ਰਚਨ ਰਚਾਇਆ, ਤੇਸੀ ਮੈਂ ਮਾਹੇ ਸਮਾਏ। ਕਬੀਰਾ ਹਮਰਾ ਕੋ ਨਹੀਂ, ਨਾ ਕੋਈ ਸਾਡਾ ਸਦਾ ਦਾ ਸਾਥੀ ਹੈ। ਹਮ ਕਿਸੂ ਕੇ ਨਾਹੇ, ਅਤੇ ਨਾ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ। ਅਸਲ ਸਾਥੀ ਕੌਣ ਹੈ? ਅਸਲ ਸਾਥੀ ਪਰਮਾਤਮਾ ਦਾ ਨਾਮ ਹੈ। ਇਸ ਦੇ ਨਾਲ ਹੀ ਦੁਲੈਂਕੜੇ ਸੰਬੰਧੀ ਜੋ ਨਿਯਮ ਸਨ ਉਸ ਦੀ ਸਮਾਪਤੀ ਹੁੰਦੀ ਹੈ। ਅਗਲੀ ਵਾਰੀ ਆਪਾਂ ਸਿਹਾਰੀ ਦੇ ਬਾਰੇ ਜਿਹੜੇ ਨਿਯਮ ਹਨ ਉਹ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਅੱਜ ਦਾ ਇਹ ਟੌਪਿਕ ਨਿਭਾਉਂਦੇ ਹੋਏ ਬੇਅੰਤ ਭੁੱਲਾਂ ਹੋਈਆਂ ਹਨ। ਆਪ ਅਣਜਾਣ ਬੱਚਾ ਸਮਝ ਕੇ ਖਿਮਾ ਕਰਨਾ ਜੀ, ਅਸੀਸ ਦੇਣਾ ਜੀ, ਤਾਂ ਕਿ ਇਸੇ ਤਰ੍ਹਾਂ ਸੇਵਾ ਦਾ ਚਾਅ ਬਣਿਆ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।